ਨਿਕਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਹੇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਹੇ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਚੌਪਈ। ਅਗਲੇ ਦਿਵਸ ਅਨ ਘਰ ਨਾਹੀ ਧੀ ਚਿੰਤਾ ਅਤਿਸ਼ੈ ਮਨ ਮਾਹੀ। ਸੋ ਸਿਸ ਵੇਚਨ ਚਲੇ ਬਜ਼ਾਰੇ ਬੂਝਿਓ ਪ੍ਰਭ ਸੋ ਜਾਤ ਨਿਹਾਰੇ। ਅਗਲੇ ਦਿਵਸ ਅਨ ਘਰ ਨਾਹੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ 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 ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਕੀਆਂ ਸਿੱਖ ਸੰਗਤਾਂ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਸਥਾਨਾਂ ਤੇ ਬੈਠ ਕੇ ਬੜੇ ਹੀ ਪਿਆਰ ਦੇ ਨਾਲ ਜੋ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਸਰਵਣ ਕਰਦੇ ਹਨ। ਆਓ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ 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 ਸਤਿਗੁਰੂ ਜਗਤ ਗੁਰੂ ਜਗਤ ਨੂੰ ਤਾਰਨਹਾਰ ਤਾਰਨ ਵਾਲੇ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂਆਂ ਦੇ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਹਾਨ ਪਵਿੱਤਰ ਇਤਿਹਾਸ ਗੁਰੂ ਜੀ ਦੀ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਰਵਣ ਕਰਦੇ ਹੋ। ਭਾਵੇਂ ਕਿ ਇਸ ਸਮੇਂ ਦੇ ਹਾਲਾਤ ਕੁਝ ਐਸੇ ਬਣ ਚੁੱਕੇ ਹਨ, ਲੋਕ ਆਪੋ ਆਪਣੇ ਘਰਾਂ ਦੇ ਵਿੱਚ ਬੰਦ ਹਨ। ਸੰਸਾਰ ਦੇ ਵਿੱਚ ਭਿਆਨਕ ਮਹਾਂਮਾਰੀ ਫੈਲੀ ਹੋਈ ਹੈ ਔਰ ਬੜੇ ਬੜੇ ਦੇਸ਼ਾਂ ਦੇ ਵਿੱਚ ਸਾਧ ਸੰਗਤ ਦੀ ਇਸ ਬਿਮਾਰੀ ਦੇ ਨਾਲ ਲੋਕ ਚੜ੍ਹਾਈ ਕਰਦੇ ਜਾ ਰਹੇ ਹਨ। ਹਜ਼ੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਲਿਖਿਆ ਹੈ, ਜੋ ਸੰਸਾਰ ਵਿੱਚ ਹੋ ਰਿਹਾ ਸਾਰਾ ਵਾਹਿਗੁਰੂ ਜੀ ਦਾ ਹੁਕਮ ਹੈ। ਹੁਕਮ ਦਾ ਵਰਤਾਰਾ ਸਾਧ ਸੰਗਤ ਦੀ ਵਰਤਦਾ ਹੈ। ਸਭ ਕੁਝ ਹੁਕਮ ਵਿੱਚ ਹੋ ਰਿਹਾ, ਸਭ ਕੁਝ ਠੀਕ ਹੋ ਰਿਹਾ, ਕਿਉਂਕਿ ਵਾਹਿਗੁਰੂ ਦੇ ਹੁਕਮ ਨੂੰ ਸਿੱਖ ਨੇ ਕਦੀ ਵੀ ਮਾੜਾ ਨਹੀਂ ਆਖਣਾ। ਮਹਾਰਾਜ ਤੇ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਆ, ਮਿੱਠਾ ਲੱਗਾ ਤੇਰਾ ਭਾਣਾ ਜੀਓ। ਸੋ ਆਓ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸਾਰੀਆਂ ਸੰਗਤਾਂ ਆਪਾਂ ਹੁਣ ਮਹਾਰਾਜ ਜੀ ਦੀ ਕਥਾ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਧੰਨ ਆਖਦਿਆਂ ਹੋਇਆਂ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਗੁਰੂਆਂ ਦੇ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਜੀ ਤੋਂ ਤੁਰੇ ਹੈ ਸਿੱਖਾਂ ਦੀ ਸਿੱਖੀ ਨੂੰ ਪਰਖਣ ਵਾਸਤੇ। ਕਿਉਂਕਿ ਸਾਧ ਸੰਗਤ ਜੀ ਜਦੋਂ ਵੀ ਕੋਈ ਉਸਤਾਦ ਆਪਣੇ ਕਿਸੇ ਵੀ ਵਿਦਿਆਰਥੀ ਨੂੰ ਕੋਈ ਸਬਕ ਪੜ੍ਹਾਉਂਦਾ ਹੈ ਤਾਂ ਉਹਦੀ ਫਿਰ ਪ੍ਰੀਖਿਆ ਜ਼ਰੂਰ ਹੁੰਦੀ ਹੈ। ਜਦੋਂ ਬੰਦਾ ਪ੍ਰੀਖਿਆ ਵਿੱਚ ਪਾਸ ਹੁੰਦਾ ਤਾਂ ਹੀ ਅਗਲੀ ਜਮਾਤ ਵਿੱਚ ਪਹੁੰਚਦਾ ਹੈ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੀ ਪ੍ਰੀਖਿਆ ਲੈਣ ਵਾਸਤੇ ਜਾ ਰਹੇ ਹੈ। ਜੋ ਜੋ ਹੋ ਰਿਹਾ ਉਹ ਆਪ ਜੀ ਨੇ ਕਥਾ ਸਰਵਣ ਕੀਤੀ ਹੈ। ਪਹਿਲਾਂ ਇੱਕ ਸਿੱਖ ਸਾਧ ਸੰਗਤ ਦੀ ਭਲਵਾਨ ਦੇ ਨਾਲ ਲੜ ਕੇ ਮਰਨ ਨੂੰ ਤਿਆਰ ਹੋ ਗਿਆ ਸੀ, ਪਰ ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਉਣਾ ਜ਼ਰੂਰੀ ਸਮਝਿਆ। ਦੂਜਾ ਸਾਧ ਸੰਗਤ ਜੀ ਮਹਾਰਾਜ ਇੱਕ ਸਿੱਖ ਦੇ ਘਰ ਵਿੱਚ ਗਏ ਹੈ ਔਰ ਉਸ ਸਿੱਖ ਦੇ ਘਰ ਵਿੱਚ ਇੱਕ ਬੱਚਾ ਹੈ। ਸਿੱਖ ਨੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕੀਤਾ ਹੈ। ਬੱਚਾ ਚੁੱਲ੍ਹੇ ਵਿੱਚ ਜਾ ਪਿਆ, ਗੁਰੂ ਸਾਹਿਬ ਬਾਹਰ ਹਨ, ਘਰ ਕੋਈ ਵੀ ਨਹੀਂ ਹੈ। ਬੱਚਾ ਸੜ ਗਿਆ, ਸੜ ਕੇ ਮਰ ਗਿਆ। ਬੇਬੇ ਨੂੰ ਪਤਾ ਲੱਗਾ, ਉਹਨੇ ਕੱਪੜੇ ਵਿੱਚ ਲਪੇਟ ਕੇ ਸਾਧ ਸੰਗਤ ਜੀ ਅੰਦਰ ਪਲੰਘੇ 'ਤੇ ਲਿਟਾਤਾ, ਕਿਸੇ ਨੂੰ ਦੱਸਿਆ ਨਹੀਂ। ਐਸਾ ਨਾ ਹੋਵੇ ਮਹਾਰਾਜ ਪ੍ਰਸ਼ਾਦਾ ਨਾ ਛਕਣ। ਬੜੇ ਕਮਾਲ ਦੀ ਸਿੱਖੀ ਹੈ। ਇੰਨੀ ਮਹਾਨ ਸਿੱਖੀ ਆਪਣੇ ਬੱਚੇ ਦੀ ਜਾਨ ਤੋਂ ਬਾਅਦ ਉਹਦੇ ਪ੍ਰਾਣ ਨਿਕਲ ਗਏ ਹੈ, ਪਰ ਉਹ ਰੋਈ ਨਹੀਂ ਵੀ ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਐਸਾ ਨਾ ਹੋਵੇ ਵੀ ਪ੍ਰਸ਼ਾਦਾ ਨਾ ਛਕਣ। ਕਿੰਨੇ ਮਹਾਨ ਹੋਣਗੇ ਉਹ ਸਿੱਖ ਸਾਧ ਸੰਗਤ ਜੀ ਜਿਨ੍ਹਾਂ ਨੇ ਇੰਨਾ ਮਹਾਨ ਭਾਣਾ ਮੰਨਿਆ ਹੋਇਆ ਹੈ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਣ ਲੱਗੇ ਪੁੱਛਦੇ ਆ ਵੀ ਤੁਹਾਡਾ ਪੁੱਤਰ ਕਿੱਥੇ ਹੈ। ਬੀਬੀ ਕਹਿਣ ਲੱਗੀ ਮਹਾਰਾਜ ਸਵੇਰੇ ਤੜਕੇ ਉੱਠ ਗਿਆ ਸੀਗਾ ਤੇ ਅੱਜ ਖੇਡਦਾ ਖੇਡਦਾ ਥੱਕ ਗਿਆ, ਹੁਣ ਸੁੱਤਾ ਹੈ। ਮਹਾਰਾਜ ਕਹਿੰਦੇ ਉਹਦਾ ਨਾਮ ਕੀ ਹੈ?
ਤੇ ਭਾਈ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਗੁਰੂ ਦੇ ਪਿਆਰੇ ਸਿੱਖ ਨੂੰ, ਵੀ ਉਹ ਪੁੱਤ ਜਿਹੜਾ ਚੜ੍ਹਾਈ ਕਰ ਗਿਆ। ਉਹਨੇ ਦੱਸਿਆ, ਮਹਾਰਾਜ ਪੁੱਤਰ ਦਾ ਨਾਮ ਹੈ ਲਾਲਾ। ਗੁਰੂ ਨਾਨਕ ਸਾਹਿਬ ਜੀ ਨੇ ਆਵਾਜ਼ ਮਾਰੀ, ਲਾਲੇ। ਤੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਮਾਰੀ ਆਵਾਜ਼, ਗੁਰੂ ਸਾਹਿਬ ਜੀ ਦੀ ਆਵਾਜ਼ ਵਿੱਚ ਅੰਮ੍ਰਿਤ ਹੈ। ਜਦੋਂ ਉਸ ਮੁਰਦੇ ਦੇ ਕੰਨਾਂ ਤੱਕ ਆਵਾਜ਼ ਪਹੁੰਚੀ, ਪਿਆਰਿਓ, ਮਰਿਆ ਹੋਇਆ ਬੱਚਾ ਉੱਠ ਕੇ ਬੈਠ ਗਿਆ ਜੀ। ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬੜੀ ਵੱਡੀ ਤਾਕਤ ਹੈ। ਸਾਧ ਸੰਗਤ ਜੀ, ਉਹ ਬੱਚਾ ਉੱਠ ਕੇ ਆ ਗਿਆ, ਮਹਾਰਾਜ ਦੇ ਲਾਗੇ ਬੈਠ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਥਾਲ ਵਿੱਚੋਂ ਉਹਨੂੰ ਪ੍ਰਸ਼ਾਦਾ ਦਿੱਤਾ ਜੀ। ਜਦੋਂ ਉਹਨੂੰ ਆਪਣੇ ਥਾਲ ਵਿੱਚੋਂ ਮਹਾਰਾਜ ਨੇ ਪ੍ਰਸ਼ਾਦਾ ਦਿੱਤਾ ਨਾ ਛਕਣ ਵਾਸਤੇ, ਗੁਰੂ ਨਾਨਕ ਸਾਹਿਬ ਜੀ ਦੇ ਹੱਥੋਂ ਪ੍ਰਸ਼ਾਦਾ ਛਕ ਕੇ ਉਹ ਬੱਚਾ ਬੜਾ ਸਿਆਣਾ ਹੋ ਗਿਆ ਜੀ, ਬੜਾ ਸਿਆਣਾ ਹੋ ਗਿਆ। ਉਹਦੇ ਕਪਾਟ ਖੁੱਲ੍ਹ ਗਏ, ਉਹਦੀ ਬੁੱਧੀ ਉਜਲ ਤੇ ਪਵਿੱਤਰ ਹੋ ਗਈ ਜੀ। ਸੋ ਇੱਥੋਂ ਤੱਕ ਆਪ ਜੀ ਨੇ ਸੰਗਤ ਦੀ ਕਥਾ ਸਰਵਣ ਕੀਤੀ ਸੀ। ਹੁਣ ਆਪਾਂ ਅੱਗੋਂ ਮਹਾਰਾਜ ਜੀ ਦੀ ਕਥਾ ਸਰਵਣ ਕਰਨੀ ਹੈ। ਦੋਵੇਂ ਇਸਤਰੀ ਪੁਰਸ਼ ਜਿਹੜੇ ਆ, ਉਹਨਾਂ ਇਹ ਗੱਲ ਵੇਖੀ ਹੈ। ਬੀਬੀ ਨੇ ਆਪਣੇ ਘਰ ਵਾਲੇ ਨੂੰ ਦੱਸਿਆ ਵੀ ਇਹ ਸਾਰੀ ਗੁਰੂ ਜੀ ਦੀ ਮਿਹਰ ਹੈ, ਕਿਰਪਾ ਹੈ। ਆਪਣਾ ਪੁੱਤਰ ਤੇ ਚਾਲਾ ਮਾਰ ਗਿਆ ਸੀ, ਆਪਣਾ ਪੁੱਤਰ ਤੇ ਚੜ੍ਹਾਈ ਕਰ ਗਿਆ ਸੀ। ਇਹ ਤੇ ਗੁਰੂ ਨਾਨਕ ਸਾਹਿਬ ਨੇ ਆਵਾਜ਼ ਮਾਰੀ ਤੇ ਆਪਣਾ ਪੁੱਤ ਜਿਉਂਦਾ ਹੋ ਗਿਆ। ਦੋਵਾਂ ਦੇ ਮਨ ਵਿੱਚ ਬੜੀ ਸ਼ਰਧਾ ਵਧੀ ਹੈ। ਹੁਣ ਐਸੇ ਗੁਰੂ ਸਾਹਿਬ ਜੀ ਤੋਂ ਤੇ ਸੰਗਤ ਜੀ ਬੰਦੇ ਦਾ ਸਾਰਾ ਕੁਝ ਹੀ ਵਾਰਨ ਨੂੰ ਚਿੱਤ ਕਰਦਾ ਜੀ, ਸਾਰਾ ਕੁਝ ਹੀ ਵਾਰਨ ਨੂੰ। ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਵੱਡੀ ਸਮਰੱਥਾ ਦੇ ਮਾਲਕ ਹੋਣ, ਇੰਨੀ ਵੱਡੀ ਤਾਕਤ ਦੇ ਮਾਲਕ ਹੋਣ। ਮਹਾਰਾਜ ਸੱਚੇ ਪਾਤਸ਼ਾਹ ਅਜੇ ਉਸ ਸਿੱਖ ਦੇ ਘਰ ਵਿੱਚ ਹੀ ਹਨ। ਘਰ ਵਿੱਚ ਗਰੀਬੀ ਬੜੀ ਹੈ ਸੰਗਤ ਜੀ, ਗਰੀਬੀ ਬੰਦੇ ਕੋਲੋਂ ਬਹੁਤ ਕੁਝ ਕਰਾ ਦਿੰਦੀ ਹੈ। ਵਾਹਿਗੁਰੂ ਕਿਸੇ ਦੇ ਸਾਧ ਸੰਗਤ ਦੀ ਕਰਮਾਂ ਵਿੱਚ ਗਰੀਬੀ ਜਿਹੜੀ ਹੈ ਇਹ ਨਹੀਂ ਲਿਖਦਾ, ਬੰਦੇ ਦੇ ਕਰਮਾਂ ਕਰਕੇ ਹੁੰਦੀ ਹੈ। ਪਰ ਜੇ ਬੰਦਾ ਸ੍ਰੇਸ਼ਟ ਕਰਮ ਕਰੇ ਤੇ ਉਹ ਧੰਨਵਾਨ ਵੀ ਹੋ ਜਾਂਦਾ ਹੈ। ਹੁਣ ਇਹ ਗਰੀਬੀ ਹੈ ਇਹਨਾਂ ਦੇ ਘਰ ਵਿੱਚ ਬੜੀ, ਤੇ ਰਹਿਮਤਾਂ ਦੇ ਸਾਈਂ, ਬਖਸ਼ਿਸ਼ਾਂ ਦੇ ਭੰਡਾਰੇ ਆਪ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੇ ਘਰ ਵਿੱਚ ਪਹੁੰਚੇ ਹੋਏ ਹਨ। ਹੁਣ ਆਪਾਂ ਅੱਗੇ ਕਥਾ ਸਰਵਣ ਕਰਨੀ ਹੈ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਕਿਵੇਂ ਇਹਨਾਂ ਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਆ, ਕਿਵੇਂ ਇਹਨਾਂ ਉੱਤੇ ਰਹਿਮਤਾਂ ਬਖਸ਼ਿਸ਼ਾਂ ਕਰਦੇ ਆ, ਉਹ ਹੁਣ ਪ੍ਰਸੰਗ ਆਪਾਂ ਨੇ ਸਰਵਣ ਕਰਨਾ ਹੈ। ਆਓ ਸਾਰੀ ਸੰਗਤ ਧਰੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ, ਤੇ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਗਲੇ ਦਿਵਸ ਅੰਨ ਘਰ ਨਾਹੀ। ਹਜੂਰ ਮਹਾਰਾਜ ਅਜੇ ਉਸ ਸਿੱਖ ਦੇ ਘਰ ਵਿੱਚ ਹੀ ਹਨ। ਹੁਣ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ ਹੈ। ਅਗਲੇ ਦਿਨ ਪ੍ਰਸ਼ਾਦਾ ਛਕਾਉਣ ਵਾਸਤੇ ਘਰ ਵਿੱਚ ਅੰਨ ਨਹੀਂ ਬਚਿਆ। ਤੇ ਦੋਵਾਂ ਦੇ ਹਿਰਦੇ ਵਿੱਚ ਬੜੀ ਚਿੰਤਾ ਵੱਧ ਗਈ ਕਿ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਘਰ ਵਿੱਚ ਆਏ ਹੈ ਤੇ ਮਹਾਰਾਜ ਨੂੰ ਪ੍ਰਸ਼ਾਦਾ ਕਿਵੇਂ ਹੁਣ ਛਕਾਈਏ। ਸੰਗਤ ਜੀ, ਇਹ ਜਿਹੜੀ ਮਹਾਰਾਜ ਦੀ ਫੇਰੀ ਹੈ ਨਾ, ਹੁਣ ਮਹਾਰਾਜ ਸਿੱਖਾਂ ਦੇ ਘਰਾਂ ਵਿੱਚ ਜਾ ਰਹੇ ਹੈ। ਇਹ ਮਹਾਰਾਜ ਸਿੱਖੀ ਪਰਖ ਰਹੇ ਹੈ, ਸਿੱਖਾਂ ਦਾ ਪਿਆਰ ਪਰਖ ਰਹੇ ਹੈ ਕਿ ਸਿੱਖੀ ਨੂੰ ਨਿਭਾਉਣ ਵਾਸਤੇ ਸਿੱਖ ਕੀ ਕੀ ਕਰ ਸਕਦੇ ਹੈ। ਦੋਵਾਂ ਦੇ ਮਨ ਵਿੱਚ ਬੜੀ ਚਿੰਤਾ ਆ ਗਈ। ਹਾਂਜੀ, ਸੋ ਸਿਸ ਵੇਚਣ ਚਲੇ ਬਜ਼ਾਰੇ। ਤੇ ਗੱਜ ਕੇ ਆਖੋ ਵਾਹਿਗੁਰੂ। ਦੋਵਾਂ ਨੇ ਪ੍ਰਵਾਹ ਕੀਤੀ, ਵਾਹਿਗੁਰੂ ਸਲਾਹ ਕੀਤੀ ਕਿ ਐਸਾ ਸਮਾਂ ਬਾਰ-ਬਾਰ ਨਹੀਂ ਮਿਲਣਾ। ਗੁਰੂ ਨਾਨਕ ਸਾਹਿਬ ਸਾਡੇ ਘਰ ਆਏ ਹੋਣ ਤੇ ਮਹਾਰਾਜ ਗਰੀਬ ਨਵਾਜ ਜੀ ਨੂੰ ਪ੍ਰਸ਼ਾਦਾ ਛਕਾਉਣ ਦਾ ਸਾਨੂੰ ਮੌਕਾ ਮਿਲਿਆ ਹੋਵੇ। ਤੇ ਉਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਇਹ ਕੰਮ ਚੱਲਦਾ ਸੀ, ਹੁਣ ਵੀ ਚੱਲਦਾ। ਕਿਹੜਾ?
ਬੱਚੇ ਵੇਚਣ ਦਾ ਜੀ। ਉਂਝ ਸਰਕਾਰ ਨੇ ਬੜੀ ਵੱਡੀ ਰੋਕ ਲਾਈ ਹੈ, ਪਰ ਪਹਿਲਾਂ ਇੰਝ ਚੱਲਦਾ ਸੀ। ਇੱਕ ਸ਼ਾਹੂਕਾਰ ਨੂੰ ਕਾਮੇ ਬੱਚੇ ਦੀ ਜ਼ਰੂਰਤ ਸੀ, ਤੇ ਸਿੱਖ ਦਾ ਬੱਚਾ ਸਿਆਣਾ ਬੜਾ ਹੋ ਗਿਆ ਸੀ। ਉਹਨਾਂ ਸੋਚਿਆ ਵੀ ਬੱਚਾ ਹੀ ਵੇਚ ਦਈਏ, ਆਪੇ ਸ਼ਾਹੂਕਾਰ ਪਾਲਦਾ ਰਹੇਗਾ ਤੇ ਕੰਮ ਕਰਾ ਲੇਗਾ। ਸੋ ਆਪਣੇ ਉਸ ਪੁੱਤਰ ਨੂੰ ਵੇਚਣ ਵਾਸਤੇ ਦੋਵੇਂ ਤਿਆਰ ਹੋ ਗਏ। ਤੇ ਜਿਹੜਾ ਸਿੱਖ ਹੈ ਨਾ, ਸਿੱਖ, ਉਹ ਆਪਣੇ ਬੱਚੇ ਨੂੰ ਲੈ ਕੇ ਜਾ ਰਿਹਾ, ਚੱਲਾ ਜੀ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਵੀ ਇਹ ਕਿੱਧਰ ਲੈ ਕੇ ਚੱਲੇ ਆਪਣੇ ਪੁੱਤਰ ਨੂੰ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੇਖ ਕੇ ਪੁੱਛਿਆ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਬੱਚਾ ਲੈ ਕੇ ਕਿੱਧਰ ਚੱਲਣਾ ਹੈ? ਹਾਂਜੀ। ਇਸ ਬਾਲਕ ਨਾਲ ਤੈਨੂੰ ਕਿਹੜਾ ਕੰਮ ਪੈ ਗਿਆ, ਅੱਜ ਬਾਲਕ ਨੂੰ ਲੈ ਕੇ ਚੱਲਣਾ ਹੈ? ਹਾਂਜੀ। ਹੁਣ ਪਤਾ ਤੇ ਮਹਾਰਾਜ ਨੂੰ ਸਾਰੀ ਗੱਲ ਦੱਸੀ, ਐਵੇਂ ਤੇ ਮਹਾਰਾਜ ਨੇ ਪੁੱਛਿਆ ਨਹੀਂ। ਪਰ ਉਹ ਸਿੱਖ ਮਹਾਰਾਜ ਗਰੀਬ ਨਵਾਜ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਅੰਤਰਜਾਮੀ ਹੋ, ਮਹਾਰਾਜ ਆਪ ਜੀ ਨੂੰ ਸਾਰੀ ਗੱਲ ਦਾ ਪਤਾ ਹੈ। ਮਹਾਰਾਜ ਮੈਨੂੰ ਕੀ ਪੁੱਛਦੇ ਹੋ? ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੂੰ ਪਤਾ ਹੈ। ਹਾਂਜੀ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਪਤਾ ਤੇ ਵਾਕਿਆ ਹੀ ਸੀ। ਧੰਨ ਗੁਰੂ ਨਾਨਕ ਸਾਹਿਬ ਨੇ ਉਸ ਬੱਚੇ ਨੂੰ ਆਪਣੇ ਕੋਲ ਸੱਦਿਆ, ਉਸ ਬਾਲਕ ਨੂੰ ਆਪਣੇ ਕੋਲ ਸੱਦਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੀ ਬਾਂਹ ਫੜੀ ਜੀ। ਭਾਗਾਂ ਵਾਲਾ ਹੋਏਗਾ ਜੀ ਉਹ ਬਾਲਕ। ਮਹਾਰਾਜ ਨੇ ਉਹਦੀ ਬਾਂਹ ਫੜੀ ਜੀ। ਹਾਂਜੀ। ਮਹਾਰਾਜ ਕਹਿਣ ਲੱਗੇ, ਭਾਈ ਤੇਰੇ ਮਾਂ ਪਿਓ ਹੁਣ ਤੈਨੂੰ ਲੈ ਕੇ ਚੱਲੇ ਆ। ਹਾਂਜੀ। ਤੇ ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਪਤਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਤੈਨੂੰ ਇਹਨਾਂ ਨੇ ਬਾਜ਼ਾਰ ਵਿੱਚ ਜਾ ਕੇ ਵੇਚ ਦੇਣਾ ਹੈ। ਹਾਂਜੀ। ਨਿਜ ਖਾਵੰਦ ਕੀ ਸੇਵਾ ਕਰ ਹੈ, ਚੱਕੀ ਪੀਸੈ ਪਾਣੀ ਭਰ ਹੈ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਜਾ ਕੇ ਨਾ ਆਪਣੇ ਮਾਲਕ ਦੀ ਸੇਵਾ ਕਰੀ, ਚੱਕੀ ਪੀਸਿਆ ਕਰੀ, ਪਾਣੀ ਭਰਿਆ ਕਰੀ ਜਾ ਕੇ। ਹਾਂਜੀ। ਤੇ ਜਦੋਂ ਵੇਚ ਦਈਦਾ ਕਿਸੇ ਨੂੰ, ਫਿਰ ਜਿਹੜਾ ਵਿਕ ਜਾਂਦਾ ਹੈ ਉਹ ਆਪਣੇ ਮਾਲਕ ਨੂੰ ਪੱਖਾ ਵੀ ਝੱਲਦਾ ਹੈ, ਉਹਦੀ ਮੁੱਠੀ ਚਾਪੀ ਵੀ ਕਰਦਾ ਹੈ। ਤੁਸੀਂ ਵੇਖ ਲਓ, ਸਾਰਾ ਕੁਝ ਨੌਕਰ ਕਰਦੇ ਹੁੰਦੇ ਸਨ ਪਹਿਲਾਂ। ਹਾਂਜੀ। ਤੇ ਕਦੀ ਵੀ ਆਪਣੇ ਮਾਲਕ ਦੀ ਆਗਿਆ ਨਹੀਂ ਮੋੜਨੀ, ਆਗਿਆ ਨਹੀਂ ਮੋੜਨੀ। ਹਾਂਜੀ। ਤੇ ਉਹ ਬਾਲਕ ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਰਹੋ ਖਸਮ ਆਇਸ ਅਨੁਸਾਰੀ। ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਜਿੱਥੇ ਵੇਚ ਕੇ ਆਉਣਗੇ ਨਾ, ਮਹਾਰਾਜ ਮੈਂ ਉੱਥੇ ਜਾ ਕੇ ਆਪਣੇ ਮਾਲਕ ਦੀ ਆਗਿਆ ਵਿੱਚ ਰਹਾਂਗਾ। ਗੱਜ ਕੇ ਆਖੋ ਵਾਹਿਗੁਰੂ। ਬੜੀ ਵੱਡੀ ਸਿੱਖਿਆ ਸੰਗਤ ਜੀ ਹੈ, ਬੜੀ ਵੱਡੀ ਸਿੱਖਿਆ ਹੈ। ਕਹਿਣ ਲੱਗਾ ਮਹਾਰਾਜ ਮੈਂ ਆਗਿਆ ਵਿੱਚ ਰਵਾਂਗਾ। ਗੁਰੂ ਸਾਹਿਬ ਉਸ ਬੱਚੇ ਦੀ ਇਸ ਸਿਆਣੀ ਗੱਲ ਤੇ ਬੜੇ ਖੁਸ਼ ਹੋਏ ਜੀ। ਹਾਂਜੀ। ਕਿਰਪਾ ਦੇ ਖਜ਼ਾਨੇ, ਦਇਆ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸਮੇਂ ਫਿਰ ਸਾਧ ਸੰਗਤ ਬਚਨ ਕਰਦੇ ਆ। ਹਾਂਜੀ। ਕੀ ਬਚਨ ਕੀਤਾ ਮਹਾਰਾਜ ਉਸ ਬੱਚੇ ਦੀ ਗੱਲ ਸੁਣ ਕੇ, ਵੀ ਬੱਚਾ ਛੋਟਾ ਪਰ ਉਹ ਕਿਵੇਂ ਹੁਣੇ ਹੀ ਤਿਆਰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿਣ ਵਾਸਤੇ, ਆਪਣੇ ਮਾਲਕ ਦਾ ਹੁਕਮ ਮੰਨਣ ਵਾਸਤੇ ਬੱਚਾ ਕਿਵੇਂ ਹੁਣੇ ਹੀ ਤਿਆਰ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਸਮੇਂ ਉਸ ਬੱਚੇ ਦੀ ਭਾਵਨਾ ਵੱਲ ਵੇਖਦਿਆਂ ਹੋਇਆਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਿਆ ਜੀ। ਇੱਕ ਮਾਰੂ ਰਾਗ ਦੇ ਵਿੱਚ ਸ਼ਬਦ ਉਚਾਰਿਆ। ਹਾਂਜੀ। ਮਾਰੂ ਮਹੱਲਾ ਪਹਿਲਾ
ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ। ਹਾਂਜੀ। ਗੁਰ ਕੀ ਬਚਨੀ ਹਾਟ ਬਿਕਨ ਜਿਤ ਲਾਇਆ ਤਿਤ ਲਾਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਸ਼ਬਦ ਉਚਾਰਿਆ ਜੀ। ਮਾਰੂ ਮਹੱਲਾ ਪਹਿਲਾ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। ਰਹਾਉ ਵਾਲੀ ਪੰਕਤੀ ਸ਼ਬਦ ਦੀ। ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਹਾਰਾਜ ਉਸ ਬੱਚੇ ਵੱਲ ਵੇਖ ਕੇ ਨਾ ਆਪਣੇ ਆਪ ਤੇ ਸ਼ਬਦ ਉਚਾਰਿਆ ਤੇ ਸੰਗਤ ਜੀ ਸਿੱਖਿਆ ਗੁਰੂ ਸਾਹਿਬ ਨੇ ਸਾਨੂੰ ਦਿੱਤੀ। ਗੱਜ ਕੇ ਆਖੋ ਵਾਹਿਗੁਰੂ। ਸਿੱਖਿਆ ਮਹਾਰਾਜ ਨੇ ਸਾਨੂੰ ਦਿੱਤੀ ਜੀ, ਸਾਡੇ ਤੇ ਕਿਰਪਾ ਕੀਤੀ ਜੀ। ਮੁੱਲ ਖਰੀਦੀ ਲਾਲਾ ਗੋਲਾ। ਕਹਿੰਦੇ ਹੇ ਮਹਾਰਾਜ, ਜਿਵੇਂ ਕੋਈ ਗੋਲਾ ਕਿਹਨੂੰ ਕਹਿੰਦੇ ਆ? ਨੌਕਰ ਨੂੰ। ਨੌਕਰ ਨੂੰ ਤੇ ਕੋਈ ਮੰਨੇ ਜਾਂ ਨਾ ਮੰਨੇ, ਆਪਾਂ ਸਾਰੇ ਉਸ ਮਾਲਕ ਦੇ ਗੋਲੇ ਆ। ਗੋਲੇ ਸਤਿਗੁਰੂ ਬਾਣੀ ਵਿੱਚ ਕਿਰਪਾ ਕਰਦੇ ਨਾ, ਰੱਖੋ ਰੱਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਉਸ ਰੱਬ ਦੇ ਘਰ ਦੇ ਸੇਵਕ ਆ, ਨੌਕਰ ਆ, ਕੋਈ ਮੰਨਣ ਨੂੰ ਤਿਆਰ ਨਹੀਂ। ਹੁਣ ਇਹ ਸ਼ਬਦ ਬੜੀ ਮਹਿੰਗੀ ਪੜ੍ਹਾਈ ਵਾਲਾ ਹੈ, ਕਿਉਂਕਿ ਆਪਾਂ ਸਿੱਖੀ ਦੀ ਪੜ੍ਹਾਈ ਪੜ੍ਹਨੀ ਹੈ। ਇਹ ਸ਼ਬਦ ਸੰਗਤ ਜੀ ਬੜੀ ਮਹਿੰਗੀ ਪੜ੍ਹਾਈ ਵਾਲਾ ਹੈ। ਇਹ ਕੋਈ ਆਮ ਸਧਾਰਨ ਸ਼ਬਦ ਨਹੀਂ ਹੈ। ਸ਼ਬਦ ਤੇ ਵਾਹਿਗੁਰੂ ਕੋਈ ਵੀ ਸਧਾਰਨ ਨਹੀਂ ਹੁੰਦਾ, ਪਰ ਇਹਦੇ ਵਿਚਲੇ ਭਾਵ ਨੂੰ ਸਮਝਣਾ ਪੈਣਾ। ਸਭ ਤੋਂ ਪਹਿਲਾਂ ਆਪਾਂ ਭਾਵੇਂ ਕਰੋੜਪਤੀ ਵੀ ਹੋਈਏ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਸਾਰੇ ਗੋਲੇ ਹੀ ਹਾਂ ਜੀ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਦੇ ਆਪਾਂ ਗੋਲੇ ਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੋਲੇ ਆ, ਗੁਰੂ ਨਾਨਕ ਸਾਹਿਬ ਦੇ ਨੌਕਰ ਆ। ਮਹਾਰਾਜ ਦਸਵੇਂ ਪਾਤਸ਼ਾਹ ਦੇ ਅਸੀਂ ਨੌਕਰ ਆ ਸਾਰੇ। ਇਹ ਭਾਵਨਾ ਮਨ ਵਿੱਚ ਰੱਖਣੀ। ਔਰ ਮਹਾਰਾਜ ਤੇ ਸਾਨੂੰ ਗੁਰਬਾਣੀ ਵਿੱਚ ਅਰਦਾਸਾਂ ਕਰਨ ਦੀਆਂ ਜਾਚਾਂ ਸਿਖਾ ਕੇ ਗਏ ਜੇ। ਮਹਾਰਾਜ ਕਹਿੰਦੇ ਸਿੱਖੋ ਆਖਿਆ ਕਰੋ। ਮਹਾਰਾਜ ਕੀ? ਸਤਿਗੁਰੂ ਕਹਿੰਦੇ ਆਖਿਆ ਕਰੋ, ਹਮ ਚਾਕਰ ਗੋਬਿੰਦ ਕੇ। ਅਸੀਂ ਚਾਕਰ ਆ। ਤੇ ਪਿਆਰਿਓ, ਚਾਕਰ ਵਿੱਚ ਫਰਕ ਹੁੰਦਾ ਜੇ। ਨੌਕਰ ਚਾਕਰ ਸ਼ਬਦ ਸਾਨੂੰ ਇੱਕੋ ਜਿਹੇ ਲੱਗਦੇ ਹੈ, ਪਰ ਚੇਤਾ ਰੱਖਿਓ ਅਸੀਂ ਉਹ ਚਾਕਰ ਹਾਂ, ਅਸੀਂ ਉਹ ਗੋਲੇ ਹਾਂ ਜਿਨ੍ਹਾਂ ਨੇ ਕਦੇ ਮਾਲਕ ਕੋਲੋਂ ਤਨਖਾਹ ਨਹੀਂ ਲੈਣੀ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਕਹੋਗੇ ਵਿਸ਼ਾਲ ਸਿੰਘ ਤੂੰ ਵੀ ਤੇ ਗੁਰਦੁਆਰਿਓਂ ਤਨਖਾਹ ਹੀ ਲੈਣਾ ਹੈ, ਪਰ ਨੌਕਰ ਨੌਕਰੀ ਕਰਦਾ, ਉਹਦੇ ਬਦਲੇ ਉਹਨੂੰ ਤਨਖਾਹ ਮਿਲਦੀ ਹੈ। ਤਨਖਾਹ ਮਿਲਦੀ ਹੈ। ਪਰ ਇੱਥੇ ਸਤਿਗੁਰੂ ਗੱਲ ਕਰਦੇ ਆ, ਬਚਨ ਕਰਦੇ ਆ, ਮੁੱਲ ਖਰੀਦੀ ਲਾਲਾ ਗੋਲਾ। ਕਹਿੰਦੇ ਹੇ ਮਾਲਕ, ਹੇ ਵਾਹਿਗੁਰੂ, ਮੈਂ ਤੁਹਾਡਾ ਮੁੱਲ ਖਰੀਦਿਆ ਹੋਇਆ ਸੇਵਕ ਹਾਂ, ਮੁੱਲ ਖਰੀਦਿਆ ਹੋਇਆ। ਤੇ ਚੇਤਾ ਰੱਖਿਓ, ਮੁੱਲ ਖਰੀਦੇ ਹੋਏ ਨੂੰ ਤਨਖਾਹ ਨਹੀਂ ਜੇ ਮਿਲਦੀ। ਮੁੱਲ ਖਰੀਦੇ ਹੋਏ ਨੂੰ, ਗੋਲੇ ਨੂੰ। ਇੱਕ ਆਮ ਗੋਲਾ ਹੈ ਜਿਹਨੂੰ ਤਨਖਾਹ ਮਿਲੇਗੀ, ਨੌਕਰ ਨੂੰ ਤਨਖਾਹ ਮਿਲੇਗੀ, ਪਰ ਜਿਹੜਾ ਮੁੱਲ ਖਰੀਦ ਲਿੱਤਾ ਜਾਵੇ ਨਾ, ਉਹਨੂੰ ਫਿਰ ਤਨਖਾਹ ਨਹੀਂ ਦੇਈਦੀ, ਉਹਦੇ ਕੋਲੋਂ ਬਸ ਕੰਮ ਹੀ ਕਰਾਈਦਾ ਹੈ। ਤੇ ਉਹ ਬੱਚੇ ਨੂੰ ਕੀ ਕਰਨ ਲੱਗੇ ਸਨ? ਬੱਚੇ ਨੂੰ ਮੁੱਲ ਵੇਚਣ ਚੱਲੇ ਸਨ। ਉਹਦਾ ਨਾਮ ਵੀ ਲਾਲਾ ਹੀ ਸੀ, ਬੱਚੇ ਦਾ ਉਹਦਾ ਨਾਮ ਵੀ ਲਾਲਾ ਹੀ ਸੀ। ਤੇ ਮਹਾਰਾਜ ਆਪਣੇ ਆਪ ਨੂੰ ਪਰਮੇਸ਼ਰ ਦੇ ਸੰਬੋਧਿਤ ਹੋ ਕੇ ਕਹਿੰਦੇ ਆ, ਤੇ ਸਾਨੂੰ ਕਹਿੰਦੇ ਆ ਇੰਝ ਅਰਦਾਸ ਕਰਿਆ ਕਰੋ, ਹੇ ਵਾਹਿਗੁਰੂ, ਮੈਂ ਤੁਹਾਡਾ ਮੁੱਲ ਖਰੀਦਿਆ ਹੋਇਆ ਗੁਲਾਮ ਹਾਂ, ਗੁਲਾਮ।
ਤੇ ਮੇਰਾ ਨਾਂ ਕੀ ਹੈ? ਮੇਰਾ ਨਾਮ ਸੁਭਾਗਾ ਹੈ। ਕਿਉਂਕਿ ਆਮ ਬੰਦੇ ਦੀ ਨੌਕਰੀ ਕਰਨੀ, ਗੁਲਾਮ ਹੋਣਾ, ਸਾਧ ਸੰਗਤ ਦੀ ਗੱਲ ਹੋਰ ਹੈ, ਪਰ ਉਸ ਮਾਲਕ ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਗੁਲਾਮ ਹੋਣਾ ਬੜੀ ਵੱਡੀ ਭਾਗਾਂ ਵਾਲੀ ਗੱਲ ਹੈ, ਬੜੇ ਵੱਡੇ ਭਾਗਾਂ ਵਾਲੀ ਗੱਲ ਹੈ। ਬਿਨਾਂ ਭਾਗਾਂ ਤੋਂ ਉਸ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ, ਸਤਿਗੁਰੂ ਦੇ ਦਰਸ਼ਨ ਨਹੀਂ ਹੁੰਦੇ, ਉਹਦਾ ਗੁਲਾਮ ਕਿੱਥੋਂ ਬਣਿਆ ਜਾਏਗਾ? ਸਾਧ ਸੰਗਤ ਤੇ ਹੁਣ ਸਮਾਂ ਤੇ ਚਲੋ ਬੜਾ ਫਰਕ ਪੈ ਗਿਆ ਹੈ। ਪਹਿਲਾਂ ਸਾਡੇ ਦੇਸ਼ ਵਿੱਚ ਗੁਲਾਮ ਹੁੰਦੇ ਸਨ, ਬੰਦਿਆਂ ਦੇ ਮੁੱਲ ਲੱਗਦੇ ਸਨ ਔਰ ਉਹਨਾਂ ਨੂੰ ਗੁਲਾਮ ਬਣਾਇਆ ਜਾਂਦਾ ਸੀ, ਜਾਂ ਤੇ ਮੁੱਲ ਦੇ ਨਾਲ ਜਾਂ ਫਿਰ ਤਲਵਾਰ ਦੇ ਨਾਲ। ਪਰ ਇੱਥੇ ਮੁੱਲ ਖਰੀਦਣ ਦੀ ਗੱਲ ਕਰਦੇ, ਕਹਿੰਦੇ ਮਹਾਰਾਜ ਮੈਂ ਆਪ ਜੀ ਦਾ ਗੁਲਾਮ ਹਾਂ, ਤੇ ਗੁਲਾਮ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਇਸੇ ਤਰ੍ਹਾਂ ਸਾਧ ਸੰਗਤ ਜੀ ਆਪਾਂ ਗੁਲਾਮ ਬਣਨਾ, ਉਹਦੇ ਉਸ ਮਾਲਕ ਵਾਹਿਗੁਰੂ ਦੇ ਗੁਲਾਮ ਬਣਨਾ, ਤੇ ਗੁਲਾਮ ਦੀ ਕੋਈ ਮਰਜ਼ੀ ਨਹੀਂ ਹੁੰਦੀ। ਸਾਧ ਸੰਗਤ ਜੀ ਗੁਰ ਕੀ ਬਚਨੀ ਹਾਟ ਬੇਕਾਨਾ, ਜਿਤ ਲਾਇਆ ਤਿਤ ਲਾਗਾ। ਗੱਜ ਕੇ ਆਖੋ। ਕਹਿਣ ਲੱਗੇ ਹੈ ਵੀ ਗੁਰੂ ਦੇ ਬਚਨਾਂ ਦੇ ਵਟਾਂਦਰੇ ਵਿੱਚ ਗੁਰੂ ਦੇ ਬਚਨ ਲੈ ਲਏ ਆ ਤੇ ਆਪਣੇ ਆਪ ਨੂੰ ਤੁਹਾਨੂੰ ਦੇਤਾ। ਭਾਵ ਗੁਰੂ ਦੇ ਬਚਨ ਹਿਰਦੇ ਵਿੱਚ ਵਸਾ ਕੇ ਆਪਣੇ ਮਨ ਨੂੰ ਮੈਂ ਗੁਲਾਮ ਬਣਾ ਲਿਆ ਤੁਹਾਡਾ। ਤੁਹਾਡੇ ਬਚਨ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਆਪ ਨੂੰ ਤੁਹਾਡਾ ਗੁਲਾਮ ਬਣਾ ਲਿਆ। ਗੱਜ ਕੇ ਆਖੋ। ਪੈਸੇ ਨਹੀਂ ਲਏ ਇਹਦੇ ਇਵਜ ਵਿੱਚ, ਇਹਦੇ ਇਵਜ ਵਿੱਚ ਕੀ ਲਿਆ? ਇਹਦੇ ਇਵਜ ਵਿੱਚ ਇੱਕੋ ਵਾਰੀ ਗੁਰੂ ਦੇ ਬਚਨ ਹਿਰਦੇ ਵਿੱਚ ਵਸਾ ਲਏ ਜੀ। ਮਹਾਰਾਜ ਦੀ ਬਾਣੀ ਵਿੱਚ ਇੱਕ ਸ਼ਬਦ ਹੁੰਦਾ ਹੈ, ਇਹੋ ਤਨ ਵੇਚੀ ਬੈ ਕਰੀ ਜੇ ਕੋ ਲਹੈ ਵਿਕਾਏ। ਕਹਿੰਦੇ ਮੈਂ ਆਪਣਾ ਸਰੀਰ ਵੇਚਦਿਆਂ, ਬੈ ਕਰਦਿਆਂ, ਪੱਕਾ ਲਿਖ ਕੇ ਲਿਖਦਿਆਂ, ਜੇ ਕੋਈ ਇਹ ਕੰਮ ਕਰ ਲੇ ਪਰ ਇਹਦੇ ਇਵਜ ਵਿੱਚ ਮੈਨੂੰ ਮਾਲਕ ਦੀਆਂ ਗੱਲਾਂ ਸੁਣਾਵੇ। ਤੇਰਾ ਸੱਦੜਾ ਸੁਣੀਜੈ ਭਾਈ। ਉਸ ਵਾਹਿਗੁਰੂ ਜੀ ਦਾ ਸੱਦਾ ਮੈਨੂੰ ਸੁਣਾਵੇ, ਉਹਦੀ ਸੋਏ ਸੁਣਾਵੇ। ਤੇ ਹੁਣ ਜਿਤ ਲਾਇਆ ਤਿਤ ਲਾਗਾ। ਕਹਿੰਦੇ ਮਹਾਰਾਜ ਜਿਵੇਂ ਤੁਸੀਂ ਮੈਨੂੰ ਲਾਇਆ ਮੈਂ ਉਸੇ ਤਰ੍ਹਾਂ ਹੀ ਲੱਗਾ ਹਾਂ। ਅਕਾਲ ਪੁਰਖ ਨੂੰ ਕਹਿ ਰਹੇ ਆ। ਤੇ ਹੁਣ ਸਾਧ ਸੰਗਤ ਜੀ ਆਪਾਂ ਆਪਣੀ ਗੱਲ ਕਰੀਏ, ਸਾਰੇ ਜਿੰਨੇ ਸਿੱਖ ਆ ਨਾ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਗੁਲਾਮ ਹਾਂ, ਗੁਲਾਮ। ਜਿੱਧਰ ਲਾਉਣਗੇ ਸਾਨੂੰ ਉਸ ਪਾਸੇ ਲੱਗਣਾ ਪੈਣਾ, ਪਰ ਬੰਦਾ ਚਲਾਕ ਬੜਾ, ਬੰਦਾ ਲੱਗਦਾ ਨਹੀਂ ਹੈ। ਗੁਰੂ ਦੇ ਹੁਕਮ ਨਹੀਂ ਮੰਨਦਾ ਬੰਦਾ, ਨਹੀਂ ਮੰਨਦਾ। ਤੇ ਫਿਰ ਜਿਤ ਲਾਇਆ ਤਿਤ ਲਾਗਾ ਵਾਲੀ ਗੱਲ ਸਾਡੇ ਵਿੱਚ ਤੇ ਨਾ ਹੋਈ ਨਾ ਜੀ, ਸਾਡੇ ਵਿੱਚ ਨਾ ਹੋਈ ਜੀ। ਮਹਾਰਾਜ ਅਕਾਲ ਪੁਰਖ ਨੂੰ ਕਹਿ ਰਹੇ ਆ ਗੁਰੂ ਨਾਨਕ ਸਾਹਿਬ ਵੀ ਜਿਤ ਲਾਇਆ ਤਿਤ ਲਾਗਾ। ਜਿੱਧਰ ਤੁਸੀਂ ਮੈਨੂੰ ਲਾਇਆ ਕਹਿੰਦੇ ਮੈਂ ਉਧਰ ਲੱਗਾ, ਪਰ ਅਸੀਂ ਆਪਣੇ ਵੱਲ ਵਿਚਾਰ ਕਰ ਲਈਏ ਵੀ ਅਸੀਂ ਨਹੀਂ ਜੇ ਲੱਗੇ। ਜੇ ਆਪਾਂ ਲੱਗੇ ਹੋਈਏ ਤੇ ਸਾਧ ਸੰਗਤ ਜੀ ਫਿਰ ਜੋ ਮਹਾਰਾਜ ਕਹਿਣ ਫਿਰ ਉਹ ਆਪਾਂ ਮੰਨੀਏ ਵੀ। ਸਤਿਗੁਰੂ ਨੇ ਅੰਮ੍ਰਿਤ ਵੇਲਾ ਆਖਿਆ, ਸੱਚੇ ਪਾਤਸ਼ਾਹ ਨੇ ਨਾਮ ਬਾਰੇ ਆਖਿਆ, ਨਿਤਨੇਮ ਬਾਰੇ ਆਖਿਆ, ਤੇ ਮਹਾਰਾਜ ਦੀਆਂ ਬੜੀਆਂ ਪੰਕਤੀਆਂ ਨੇ। ਹੁਣ ਸਾਨੂੰ ਮਹਾਰਾਜ ਕਹਿੰਦੇ ਨਾ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪਈਐ। ਤੇ ਕਿੰਨੀ ਕੁ ਵਾਰੀ ਕਿਤੇ ਨਾਮ ਜਪ ਰਹੇ ਆ, ਕਿੰਨਾ ਕੁ ਨਾਮ ਜਪਦੇ ਆ। ਇੱਥੇ ਬੈਠਿਆਂ ਆਪਣੀ ਅਵਸਥਾ ਹੋਰ ਹੋਏਗੀ, ਕਥਾ ਸੁਣਦਿਆਂ ਅਵਸਥਾ ਹੋਰ ਹੋਏਗੀ, ਕਰਦਿਆਂ ਹੋਰ ਹੋਏਗੀ, ਬਾਅਦ ਚੋਂ ਫਿਰ ਸੰਸਾਰ ਹੀ ਚਿੱਤੇ ਆਉਣਾ। ਗੁਲਾਮ ਆਪਣੀ ਮਰਜ਼ੀ ਨਹੀਂ ਕਰਦਾ। ਕਹਿੰਦੇ ਮਹਾਰਾਜ ਮੈਂ ਗੁਲਾਮ ਹਾਂ,
ਅਕਾਲ ਪੁਰਖ ਨੂੰ ਕਹਿ ਰਹੇ ਗੁਰੂ ਨਾਨਕ ਸਾਹਿਬ, ਜਿੱਧਰ ਤੁਸੀਂ ਮੈਨੂੰ ਲਾਇਆ ਮੈਂ ਉਧਰ ਲੱਗਾ। ਤੇ ਸੰਗਤ ਜੀ ਇਹ ਸਾਡੇ ਵਾਸਤੇ ਵੀ ਹੈ, ਅਰਦਾਸ ਕਰੋ ਮਹਾਰਾਜ ਤੁਹਾਡੇ ਗੁਲਾਮ ਬਣ ਜੀਏ। ਥੋੜੇ ਦਿਨ ਹੋਏ ਨਾ, ਵਿਸਾਖੀ ਲੰਘੀ ਹੈ ਤੇ 5 ਪਿਆਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਗੁਲਾਮ ਬਣੇ ਜੀ। ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਜਿੱਧਰ ਗੁਰੂ ਸਾਹਿਬ ਨੇ ਤੋਰਿਆ ਉਧਰ ਗਏ। ਫਿਰ ਗੁਲਾਮ ਦੀ ਕੋਈ ਮਰਜ਼ੀ ਨਹੀਂ ਹੁੰਦੀ। ਹਾਂਜੀ, ਤੇਰੇ ਲਾਲੇ ਕਿਆ ਚਤੁਰਾਈ, ਹਾਂਜੀ। ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਕਹਿਣ ਲੱਗੇ ਮੇਰੀ ਹੁਣ ਕੀ ਚਤੁਰਾਈ ਹੈ, ਤੇਰੇ ਲਾਲੇ ਕਿਆ ਚਤੁਰਾਈ। ਲਾਲੇ ਦਾ ਭਾਵ ਵੀ ਹੈ ਨੌਕਰ, ਗੁਲਾਮ, ਚਾਕਰ, ਸੇਵਕ। ਹੁਣ ਮੇਰੀ ਕੋਈ ਚਲਾਕੀ ਨਹੀਂ ਹੈ, ਮੈਂ ਕੋਈ ਚਲਾਕੀ ਨਹੀਂ ਖੇਡ ਸਕਦਾ। ਜਿਵੇਂ ਗੁਲਾਮ ਨੂੰ ਮਾਲਕ ਜੋ ਕਵੇ ਉਹਨੂੰ ਕਰਨਾ ਪੈਂਦਾ ਜੀ। ਚਲਾਕੀ ਨਹੀਂ ਖੇਡ ਸਕਦਾ, ਇਹ ਨਹੀਂ ਆਖ ਸਕਦਾ ਵੀ ਮੈਂ ਨਹੀਂ ਕਰਨਾ, ਉਹਨੂੰ ਕਰਨਾ ਹੀ ਪੈਣਾ ਜੀ। ਤੇ ਪਿਆਰਿਓ, ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੇ, ਬਾਹਰੀ ਤੌਰ ਤੇ ਗੁਲਾਮ ਗੁਲਾਮ ਹੀ ਰਹਿੰਦੇ ਚ, ਪਰ ਜੇ ਕੋਈ ਗੁਰੂ ਦੀ ਗੁਲਾਮੀ ਕਰੇ ਤੇ ਗੁਰੂ ਸਾਹਿਬ ਆਪਣੇ ਜਿੰਨਾ ਵੱਡਾ ਉਹਨੂੰ ਬਣਾ ਦਿੰਦੇ ਜੀ। ਕਿਵੇਂ? ਗੁਰੂ ਦੀ ਗੁਲਾਮੀ ਕੀਤੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਭਾਈ ਲਹਿਣਾ ਜੀ ਨੇ। ਕੋਈ ਗੁਰੂ ਦਾ ਹੁਕਮ ਨਹੀਂ ਮੋੜਿਆ ਜੀ, ਕੋਈ ਚਲਾਕੀ ਨਹੀਂ ਕੀਤੀ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪੁਰਖਾ, ਪਹਿਲਾਂ ਮਹਾਰਾਜ ਨੇ ਆਪ ਹੀ ਭਾਂਡਾ ਸੁੱਟਿਆ ਚਿੱਕੜ ਵਿੱਚ। ਬਾਬਾ ਸ਼੍ਰੀ ਚੰਦਰ ਜੀ ਨੂੰ ਵੀ ਆਖਿਆ, ਬਾਬਾ ਲਖਮੀ ਦਾਸ ਜੀ ਨੂੰ ਵੀ ਆਖਿਆ, ਤੇ ਕੋਈ ਨਾ ਗਿਆ ਵੀ ਮਹਾਰਾਜ ਚਿੱਕੜ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਨੇ ਇੰਨਾ ਹੀ ਕਿਹਾ, ਬਸ ਪੁਰਖਾ। ਤੇ ਪੁਰਖਾ ਕਹਿਣ ਦੀ ਦੇਰ ਸੀ, ਨਵਾਂ ਜਾਮਾ ਚੋਲਾ ਪਾਇਆ ਸੀਗਾ, ਪਰਵਾਹ ਨਹੀਂ ਕੀਤੀ। ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਚਿੱਕੜ ਦੇ ਵਿੱਚ ਗਏ, ਕੌਲਾ ਕੱਢਿਆ ਤੇ ਲਿਬੜਿਆ ਨਹੀਂ ਦਿੱਤਾ ਜੀ, ਸਾਫ਼ ਕਰਕੇ ਧੋ ਕੇ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਜੀ। ਗੁਲਾਮੀ ਕੀਤੀ ਨਾ ਜੀ। ਤੇ ਜਦੋਂ ਕੀਤੀ ਗੁਲਾਮੀ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਜਿੰਨਾ ਵੱਡਾ ਹੀ ਬਣਾ ਲਿਆ ਜੀ। ਸੋ ਮਹਾਰਾਜ ਉਸ ਅਕਾਲ ਪੁਰਖ ਬਾਰੇ ਕਹਿੰਦੇ ਆ ਤੇਰੇ ਲਾਲੇ ਕਿਆ ਚਤੁਰਾਈ। ਕਹਿਣ ਲੱਗੇ ਮਹਾਰਾਜ ਮੈਂ ਤੇਰਾ ਸੇਵਕ ਆ, ਮੈਂ ਕੀ ਚਲਾਕੀ ਖੇਡ ਸਕਦਾ। ਸਾਹਿਬ ਕਾ ਹੁਕਮ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਕਹਿਣ ਲੱਗੇ ਹੇ ਮੇਰੇ ਮਾਲਕ, ਮੈਂ ਤੁਹਾਡੇ ਹੁਕਮ ਦੀ ਪਾਲਣਾ ਚੰਗੀ ਤਰ੍ਹਾਂ ਨਹੀਂ ਕਰ ਸਕਦਾ। ਇਹ ਨਿਮਰਤਾ ਵਾਲੇ ਬੋਲ ਹੈ। ਸਾਰੇ ਹੁਕਮ ਮੰਨਦੇ ਹੋਇਆਂ ਵੀ ਮਨ ਵਿੱਚ ਹਉਮੈ ਨਹੀਂ ਰੱਖਣੀ, ਇਹ ਕਹਿਣਾ ਨਹੀਂ ਨਹੀਂ ਨਹੀਂ, ਮੈਂ ਕਿੱਥੋਂ ਹੁਕਮ ਮੰਨ ਸਕਦਾ, ਮੇਰੇ ਕੋਲੋਂ ਕਿੱਥੋਂ ਕਮਾਈ ਹੁੰਦੀ ਹੈ। ਬੜੇ ਬੜੇ ਗੁਰਸਿੱਖ ਨੇ ਸੰਗਤ ਜੀ, ਮੈਂ ਦਾਸ ਨੇ ਦਰਸ਼ਨ ਕੀਤੇ ਹੈ, ਉਹਨਾਂ ਨੇ ਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਅਨੁਸਾਰ ਪੂਰਾ ਜੀਵਨ ਢਾਲਿਆ, ਪਰ ਆਪਣੇ ਆਪ ਨੂੰ ਜਦੋਂ ਕਹਿਣਗੇ ਨਾ, ਕਹਿਣਗੇ ਅਸੀਂ ਤੇ ਮਾੜੇ ਜਿਹੇ ਹੈਗੇ ਆ, ਸਾਡੇ ਵੱਸ ਕਿੱਥੋਂ ਹੈਗਾ, ਅਸੀਂ ਤੇ ਬੜੇ ਹੀ ਮਾੜੇ ਹੈਗੇ ਆ ਜੀ। ਇਹ ਮਹਾਰਾਜ ਨਿਮਰਤਾ ਸਿਖਾਉਂਦੇ ਆ। ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਕਹਿੰਦੇ ਮਹਾਰਾਜ ਫਿਰ ਵੀ ਭਾਵੇਂ ਮੈਂ ਗੁਲਾਮ ਆ, ਮੇਰੀ ਕੋਈ ਚਲਾਕੀ ਨਹੀਂ ਹੈ, ਪਰ ਮੈਂ ਤਾਂ ਵੀ ਤੁਹਾਡੇ ਸਾਰੇ ਹੁਕਮ ਨਹੀਂ ਮੰਨ ਸਕਦਾ। ਕਿੱਡੀ ਵੱਡੀ ਨਿਮਰਤਾ ਜੀ। ਹਾਂਜੀ, ਰਹਾਓ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਅੱਗੋਂ ਸਾਨੂੰ ਕਹਿੰਦੇ ਆ, ਭਾਵ ਇਹ ਰਹਾਓ ਵਾਲੀ ਤੁਕ ਵਿੱਚ ਮਹਾਰਾਜ ਨੇ ਗੁਲਾਮ ਦੀ ਨਿਸ਼ਾਨੀ ਦੱਸੀ ਹੈ ਵੀ ਗੁਲਾਮ ਸੇਵਕ ਜਿਹੜਾ ਹੈ ਉਹ ਕਦੀ ਆਪਣੀ ਮਰਜ਼ੀ ਨਹੀਂ ਕਰ ਸਕਦਾ। ਹਾਂਜੀ। ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਆਪਣੀ ਗੱਲ ਕਰਦੇ। ਮਹਾਰਾਜ ਕਹਿੰਦੇ ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ। ਹੇ ਅਕਾਲ ਪੁਰਖ, ਮੇਰੀ ਮਾਤਾ ਵੀ ਤੁਹਾਡੀ ਸੇਵਕ ਹੈ, ਗੋਲੀ ਹੈ ਤੁਹਾਡੀ। ਮੇਰਾ ਪਿਤਾ ਵੀ ਤੁਹਾਡਾ ਸੇਵਕ ਹੈ,
ਤੇ ਮੈਂ ਉਸੇ ਸੇਵਕ ਦਾ ਜਾਇਆ ਹੋਇਆ ਹਾਂ। ਲਾਲਾ ਭਾਵ ਸੇਵਕ। ਤੇ ਸਾਧ ਸੰਗਤ, ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਕੌਣ ਨੇ? ਜਗਤ ਮਾਤਾ, ਧੰਨ ਮਾਤਾ ਤ੍ਰਿਪਤਾ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮਾਤਾ ਤ੍ਰਿਪਤਾ ਜੀ ਨੇ ਬੜਾ ਜਪ ਤਪ ਵਾਹਿਗੁਰੂ ਜੀ ਅੱਗੇ ਕੀਤਾ ਤੇ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਜੀ। ਇਸ ਕਰਕੇ ਮਾਤਾ ਤ੍ਰਿਪਤਾ ਜੀ ਵੀ ਲਾਲੀ ਹਨ, ਭਾਵ ਹੁਕਮ ਵਿੱਚ ਚੱਲਣ ਵਾਲੇ ਹੈ। ਤੇ ਪਿਤਾ ਜੀ ਵੀ ਲਾਲਾ ਜੀ ਹਨ, ਮਹਿਤਾ ਕਾਲੂ ਜੀ। ਭਾਵੇਂ ਜੀਵਨ ਵਿੱਚ ਮਿਲਦਾ ਵੀ ਉਹ ਗੁਰੂ ਨਾਨਕ ਸਾਹਿਬ ਤੋਂ ਸਾਧ ਸੰਗਤ ਖਫਾ ਰਹੇ ਹੈ, ਪਰ ਪੂਰਬ ਜਨਮ ਹਮ ਤੁਮਰੇ ਸੇਵਕ, ਪਹਿਲੇ ਜਨਮਾਂ ਦਾ ਜਪ ਤਪ ਸੀਗਾ ਉਹਨਾਂ ਦਾ। ਤੇ ਕਹਿੰਦੇ ਮਹਾਰਾਜ ਉਹਨਾਂ ਸੇਵਕਾਂ ਦਾ ਹੀ ਮੈਂ ਜਾਇਆ ਹੋਇਆ ਹਾਂ। ਹਾਂਜੀ, ਲਾਲੀ ਨਾਚੈ ਲਾਲਾ ਗਾਵੈ। ਕਹਿਣ ਲੱਗੇ ਮਹਾਰਾਜ ਮੇਰੇ ਮਾਤਾ ਪਿਤਾ ਜਿਹੜੇ ਹੈ ਉਹ ਮਹਾਰਾਜ ਮੇਰੀ ਮਾਤਾ ਤੁਹਾਡੇ ਹੁਕਮ 'ਚ ਨੱਚਦੀ ਹੈ। ਜੇ ਮੇਰਾ ਪਿਤਾ ਬੋਲਦਾ ਉਹ ਤੁਹਾਡੇ ਹੁਕਮ ਵਿੱਚ ਹੀ ਬੋਲਦਾ ਹੈ। ਭਗਤ ਕਰੋ ਤੇਰੀ ਰਾਇਆ। ਤੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਵੀ ਉਹਨਾਂ ਦੀ ਤਰ੍ਹਾਂ ਤੁਹਾਡੀ ਭਗਤੀ ਕਰਨੀ ਚਾਹੁੰਦਾ ਹਾਂ। ਕਿੱਡੀ ਵੱਡੀ ਨਿਮਰਤਾ। ਪ੍ਰੇਮ ਨਾਲ ਗੱਜ ਕੇ ਕਹੋ ਵਾਹਿਗੁਰੂ 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 ਵਾਹਿਗੁਰੂ। ਕਿੱਡੀ ਵੱਡੀ ਨਿਮਰਤਾ ਵਾਲੇ ਬੋਲ ਮਹਾਰਾਜ ਬੋਲ ਰਹੇ ਹੈ। ਹਾਂਜੀ, ਪੀਹੈ ਤਾ ਪਾਣੀ ਆਣੀ ਮੀਰਾ, ਖਾਹੇ ਤਾ ਪੀਸਣ ਜਾਵੋ। ਮਹਾਰਾਜ ਮੈਂ ਉਸ ਲਾਲੇ ਵਰਗਾ ਤੁਹਾਡਾ ਗੁਲਾਮ ਹਾਂ ਜਿਹੜਾ ਮਾਲਕ ਨੇ ਪਾਣੀ ਪੀਣਾ ਹੋਵੇ ਤਾਂ ਪਾਣੀ ਆਣੀ ਭਾਵ ਪਾਣੀ ਲਿਆਵੇ, ਤੇ ਮਾਲਕ ਨੇ ਪ੍ਰਸ਼ਾਦਾ ਛਕਾਉਣਾ ਤਾਂ ਉਹਨੇ ਚੱਕੀ ਪੀਸਣੀ ਹੈ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਆਪਣੇ ਵਾਸਤੇ ਲਿਖ ਰਹੇ ਹੈ ਨਾ, ਤੇ ਸਾਨੂੰ ਸਮਝਾ ਰਹੇ ਹੈ। ਗੁਰੂ ਨਾਨਕ ਸਾਹਿਬ ਤੇ ਆਪ ਹੀ ਪਰਮੇਸ਼ਰ ਨੇ, ਆਪ ਮਾਲਕ ਨੇ, ਆਪ ਰੱਬ ਨੇ, ਪਰ ਸਾਨੂੰ ਸਮਝਾ ਰਹੇ ਆ। ਗੱਲ ਸਮਝਿਓ। ਪਹਿਲੇ ਜਿਹੜੇ ਗੁਲਾਮ ਹੁੰਦੇ ਸੀਗੇ, ਤੜਕੇ ਉਹਨਾਂ ਉੱਠਣਾ, ਪਾਣੀ ਭਰਨਾ, ਅੰਨ ਸੁਧਾਰਨਾ, ਸਾਰੀ ਦਿਹਾੜੀ ਮਾਲਕਾਂ ਦੇ ਘਰਾਂ ਵਿੱਚ ਕੰਮ ਕਰਨਾ, ਜੋ ਮਿਲਣਾ ਉਹ ਖਾਣਾ, ਆਪਣੀ ਮੰਗ ਨਹੀਂ ਸੀ ਮੰਗ ਸਕਦੇ। ਉਹ ਮੰਗ ਨਹੀਂ ਮੰਗ ਸਕਦੇ ਵੀ ਸਾਨੂੰ ਇਹੋ ਚਾਹੀਦਾ, ਸਾਨੂੰ ਇਹ ਨਹੀਂ ਚਾਹੀਦਾ। ਤੇ ਸੌਣਾ ਵੀ ਆਪਣੀ ਮਰਜ਼ੀ ਦੇ ਨਾਲ ਨਹੀਂ ਹੈ। ਜਦੋਂ ਮਾਲਕ ਕਵੇ ਉਦੋਂ ਸੌਣਾ, ਤੇ ਜਦੋਂ ਕਵੇ ਉਦੋਂ ਉੱਠਣਾ ਪੈਣਾ ਜੀ। ਕਹਿੰਦੇ ਮਹਾਰਾਜ ਮੈਂ ਵੀ ਉਹੋ ਜਿਹਾ ਤੁਹਾਡਾ ਗੁਲਾਮ ਹਾਂ। ਪੱਖਾ ਫੇਰੀ ਪੈਰ ਮਲੋਵਾ, ਜਪਤ ਰਹਾ ਤੇਰਾ ਨਾਉ। ਜਿਵੇਂ ਉਹ ਬੱਚਾ ਮਹਾਰਾਜ ਨੂੰ ਕਹਿੰਦਾ ਨਾ, ਮਹਾਰਾਜ ਮੈਂ ਪਾਣੀ ਵੀ ਭਰਾਂਗਾ, ਮਹਾਰਾਜ ਮੈਂ ਅੰਨ ਵੀ ਪੀਸਾਂਗਾ, ਮਹਾਰਾਜ ਮੈਂ ਪੱਖਾ ਵੀ ਝੱਲਾਂਗਾ, ਮਹਾਰਾਜ ਮੈਂ ਆਪਣੇ ਸੇਵਕ ਦੇ ਪੈਰ ਵੀ ਮਲ ਮਲ ਕੇ ਧੋਵਾਂਗਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਹੇ ਵਾਹਿਗੁਰੂ ਮੈਂ ਵੀ ਤੈਨੂੰ ਪੱਖਾ ਝੱਲਾਂ, ਮੈਂ ਵੀ ਤੇਰੇ ਚਰਨ ਮਲ ਮਲ ਕੇ ਧੋਵਾਂ। ਤੇ ਇਹ ਸਾਰਾ ਕੁਝ ਕੀ ਕਰਨਾ? ਜਪਤ ਰਹਾ ਤੇਰਾ ਨਾਉ, ਜਪਤ ਰਹਾ ਤੇਰਾ ਨਾਉ, ਜਪਤ ਰਹਾ ਤੇਰਾ, ਜਪਤ ਰਹਾ ਤੇਰਾ ਨਾਉ, ਜਪਤ ਰਹਾ ਤੇਰਾ ਨਾਉ, ਜਪਤ ਰਹਾ ਤੇਰਾ ਨਾਉ, ਜਪਤ ਰਹਾ ਤੇਰਾ ਨਾਮ। ਇਹ ਸਾਰਾ ਕੁਝ ਕਰਦਿਆਂ ਹੋਇਆਂ ਤੇ ਫਿਰ ਨਾਲ ਆਪਣੇ ਮੁਖ ਤੋਂ ਤੇਰਾ ਨਾਮ ਵੀ ਜਪਾਂ, ਵਾਹਿਗੁਰੂ 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 ਵੀ ਜਪਾਂ। ਹੁਣ ਬੜੇ ਬੜੇ ਸਿੱਖ ਵੇਖੇ ਆ ਸੰਗਤ ਜੀ, ਠੀਕ ਹੈ ਜਿਹੜੇ ਨੌਕਰੀ ਤਾਂ ਨਹੀਂ ਕਰਦੇ, ਤਨਖਾਹ ਤੇ ਨਹੀਂ ਲੈਂਦੇ, ਪਰ ਉਹ ਮਾਲਕ ਦੇ ਵਾਕਈ ਗੁਲਾਮ ਹਨ। ਕਿਵੇਂ? ਉਹ ਮਾਲਕ ਦੇ ਹੁਕਮ ਵਿੱਚ ਹੀ ਰਹਿੰਦੇ ਜੀ। ਉਹ ਸਾਰੀ ਦਿਹਾੜੀ ਸੇਵਾ ਕਰਦੇ, ਉਦਮ ਕਰਦੇ, ਤੇ ਫਿਰ ਨਾਲ ਨਾਲ ਨਾਮ ਵੀ ਜਪਦੇ ਆ, ਵਾਹਿਗੁਰੂ ਵਾਹਿਗੁਰੂ ਵੀ ਜਪਦੇ ਆ। ਹਾਂਜੀ, ਲੋੜ ਹਰਾਮੀ ਨਾਨਕ ਲਾਲਾ, ਬਖਸ਼ਹਿ ਤੁਧ ਵਡਿਆਈ। ਤੇ ਪਿਆਰਿਓ ਵੇਖੋ ਗੁਰੂ ਨਾਨਕ ਸਾਹਿਬ ਜੀ ਦੀ ਨਿਮਰਤਾ।
ਕਿੱਡੇ ਕਮਾਲ ਦੀ ਮਹਾਰਾਜ ਦੀ ਨਿਮਰਤਾ। ਮੇਰੇ ਖਿਆਲ ਨਾਲ ਦੁਨੀਆ ਦੇ ਕਿਸੇ ਰਹਿਬਰ ਨੇ ਇੰਨੀ ਨਿਮਰਤਾ ਵਾਲੇ ਸ਼ਬਦ ਆਪਣੇ ਵਾਸਤੇ ਨਹੀਂ ਬੋਲੇ ਹੋਣਗੇ ਜੀ। ਬੜੇ ਬੜੇ ਅਵਤਾਰੀ ਪੁਰਸ਼ ਹਨ, ਹੋਏ ਨੇ, ਪਰ ਉਹਨਾਂ ਆਪਣੀ ਆਪਣੀ ਪੂਜਾ ਹੀ ਕਰਾਈ ਹੈ। ਵੇਖ ਲਓ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਕੀ ਕਹਿ ਰਹੇ ਹੈ। ਤੇ ਮੈਨੂੰ ਮਾਫ ਕਰਿਓ, ਇਹ ਮੈਨੂੰ ਕਹਿਣਾ ਪੈਂਦਾ ਵੀ ਮਹਾਰਾਜ ਆਪਣੇ ਆਪ ਨੂੰ ਕਹਿ ਰਹੇ, ਸਿੱਖਿਆ ਸਾਨੂੰ ਦੇ ਰਹੇ ਹੈ, ਸਾਨੂੰ ਸਮਝਾ ਰਹੇ ਹੈ ਮਹਾਰਾਜ ਵੀ ਇਸ ਤਰ੍ਹਾਂ ਬੇਨਤੀਆਂ ਕਰਿਆ ਕਰੋ, ਇਸ ਤਰ੍ਹਾਂ ਤਰਲੇ ਲਿਆ ਕਰੋ। ਪਤਾ ਕਿਉਂ? ਕਿਉਂਕਿ ਮਹਾਰਾਜ ਨੂੰ ਪਤਾ ਵੀ ਬੰਦਾ ਬੜਾ ਚਲਾਕ ਹੈ, ਇਹਨੇ ਉਂਝ ਕਹਿਣਾ ਨਹੀਂ, ਤੇ ਮਹਾਰਾਜ ਨੇ ਗੱਲ ਆਪਣੇ ਤੇ ਟਿਕਾਤੀ। ਤੇ ਮਹਾਰਾਜ ਨੂੰ ਪਤਾ ਵੀ ਮੇਰੇ ਪਿੱਛੇ ਪਿੱਛੇ ਹੀ ਭਾਵੇਂ ਬੋਲੇਗਾ ਤੇ ਸਹੀ ਨਾ ਬੰਦਾ। ਲੂਣ ਹਰਾਮੀ ਨਾਨਕ ਲਾਲਾ, ਬਖਸ਼ੇ ਤੁਧ ਵਡਿਆਈ। ਕਹਿੰਦੇ ਹੇ ਵਾਹਿਗੁਰੂ, ਹੈ ਤਾਂ ਲਾਲਾ ਸੇਵਕ, ਪਰ ਹੈ ਲੂਣ ਹਰਾਮੀ, ਨਮਕ ਹਰਾਮੀ, ਕੀਤਾ ਨਹੀਂ ਜਾਣਦਾ। ਫਿਰ ਵੀ ਜੇ ਤੁਸੀਂ ਮੈਨੂੰ ਬਖਸ਼ ਲਵੋ ਤੇ ਮਹਾਰਾਜ ਪਰਮੇਸ਼ਰ ਜੀ, ਇਹ ਤੁਹਾਡੀ ਵੱਡੀ ਵਡਿਆਈ ਹੈ। ਆਦ ਜੁਗਾਦ ਦਇਆ ਪਤ ਦਾਤਾ, ਵਿਣ ਤੁਧ ਮੁਕਤ ਨਾ ਪਾਈ। ਕਿਸੇ ਦਾ ਤੇ ਮਾਲਕ ਹੋ ਸਕਦਾ ਕਠੋਰ ਹੋਵੇ, ਸੰਗਤ ਜੀ, ਕਿਸੇ ਦਾ ਮਾਲਕ ਹੋ ਸਕਦਾ ਬੁਰਾ ਬੋਲਣ ਵਾਲਾ ਹੋਵੇ, ਕਠੋਰ ਹੋਵੇ, ਖੂਨ ਪੀਣਾ ਹੋਵੇ, ਪਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਹੇ ਵਾਹਿਗੁਰੂ, ਮੇਰਾ ਜਿਹੜਾ ਤੂੰ ਮਾਲਕ ਹੈ ਨਾ, ਤੂੰ ਦਇਆਪਤ ਹੈ, ਦਿਆਲੂ ਹੈ, ਦਇਆ ਕਰਨ ਵਾਲਾ ਹੈ, ਆਦ ਜੁਗਾਦੀ, ਜੁਗਾਂ ਜੁਗਾਂ ਤੋਂ ਤੂੰ ਹੈ ਮੇਰਾ ਮਾਲਕ, ਤੇ ਦਇਆ ਕਰਨ ਵਾਲਾ ਹੈ, ਦਾਤਾ ਹੈ, ਮੈਨੂੰ ਦਾਤਾਂ ਦੇਣ ਵਾਲਾ ਹੈ, ਤੇ ਤੁਧ ਵਿਣ ਮੁਕਤ ਨਾ ਪਾਈ। ਤੇਰੇ ਨਾਮ ਤੋਂ ਬਗੈਰ ਮੈਂ ਕਿਵੇਂ ਮੁਕਤੀ ਪ੍ਰਾਪਤ ਕਰਾਂਗਾ, ਤੇਰੇ ਨਾਮ ਤੋਂ ਬਗੈਰ। ਸੋ ਮਹਾਰਾਜ ਨੇ ਇਹ ਸਾਰਾ ਸ਼ਬਦ ਉਸ ਬੱਚੇ ਵੱਲ ਵੇਖ ਕੇ ਉਚਾਰਿਆ ਜੀ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਰਹਾਓ ਮਾਂ ਲਾਲੇ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ। ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਪੀਏ ਤਾ ਪਾਣੀ ਆਣੀ ਮੀਰਾ, ਖਾਹੇ ਤਾ ਪੀਸਣ ਜਾਓ। ਪੱਖਾ ਫੇਰੇ ਪੈਰ ਮਲੋਵਾ, ਜਪਤ ਰਹਾ ਤੇਰਾ ਨਾਉ। ਲੂਣ ਹਰਾਮੀ ਨਾਨਕ ਲਾਲਾ, ਬਖਸ਼ਹਿ ਤੁਧ ਵਡਿਆਈ। ਆਦ ਜੁਗਾਦ ਦਇਆ ਪਤ ਦਾਤਾ, ਤੁਧ ਵਿਣ ਮੁਕਤ ਨਾ ਪਾਈ। ਤੇ ਸੰਗਤ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਇਸ ਸ਼ਬਦ ਦੀ ਜਦੋਂ ਕਥਾ ਕਰਦੇ ਨਾ, ਤੇ ਮੈਂ ਮਹਾਂਪੁਰਖਾਂ ਦੀ ਰਸਨਾ ਤੋਂ ਆਪ ਸੁਣਿਆ। ਕਹਿੰਦੇ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਬੈਰਾਗੀ ਹੋ ਕੇ ਉਚਾਰਿਆ ਸੀਗਾ ਜੀ, ਬੈਰਾਗੀ ਹੋ ਕੇ, ਉਸ ਬੱਚੇ ਵੱਲ ਵੇਖ ਕੇ ਵੀ ਉਹ ਕਿਵੇਂ ਆਪਣੇ ਮਾਲਕ ਦੇ ਹੁਕਮ ਵਿੱਚ ਚੱਲਣ ਵਾਸਤੇ ਤਿਆਰ ਹੈ। ਤੇ ਮਹਾਰਾਜ ਨੇ ਉਹ ਬੱਚੇ ਵਾਲੀ ਅਵਸਥਾ ਆਪਣੇ ਤੇ ਲੈ ਆਂਦੀ ਤੇ ਸਾਨੂੰ ਸਿੱਖਿਆ ਦਿੱਤੀ ਜੀ, ਮਾਲਕ ਦਾ ਗੁਲਾਮ ਬਣਨ ਦੀ ਜੀ। ਹਾਂਜੀ। ਚੌਪਈ ਅਸ ਕਹਿ ਕਿਰਪਾ ਦ੍ਰਿਸ਼ਟ ਪ੍ਰਭ ਦੇਖੀ। ਹਾਂਜੀ। ਪਾਵ ਅਪਦਾ ਸਭ ਹਰੀ ਬਿਸ਼ੇਖੀ। ਮਹਾਰਾਜ ਗਰੀਬ ਨਵਾਜ ਜੀ ਨੇ ਇਹ ਕਹਿ ਕੇ, ਪਿਆਰਿਓ, ਬੱਚੇ ਦੀ ਬਾਂਹ ਫੜੀ ਹੋਈ ਸੀ ਨਾ, ਜਿਵੇਂ ਬੱਚੇ ਦੀ ਬਾਂਹ ਫੜ ਕੇ ਪੁੱਛੀਦਾ, ਗੱਲ ਕਰੀਦੀ ਆ। ਮਹਾਰਾਜ ਨੇ ਉਸ ਬੱਚੇ ਦੀ ਬਾਂਹ ਫੜ ਕੇ ਉਹਨੂੰ ਪੁੱਛ ਰਹੇ ਸਨ, ਗੱਲਬਾਤ ਕਰ ਰਹੇ ਸਨ ਗੁਰੂ ਨਾਨਕ ਦੇਵ ਮਹਾਰਾਜ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਂਹ ਫੜੀ ਹੈ, ਤੇ ਮਹਾਰਾਜ ਨੇ ਉਸ ਬੱਚੇ ਵੱਲ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਿਆ ਜੀ, ਮਿਹਰ ਦੀ ਦ੍ਰਿਸ਼ਟੀ ਨਾਲ ਵੇਖਿਆ।
ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਉਸ ਬੱਚੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਵੇਖਿਆ, ਗੁਰੂ ਨਾਨਕ ਸਾਹਿਬ ਨੇ ਉਹਦੇ ਸਾਰੇ ਸੰਕਟ ਹੀ ਦੂਰ ਕਰ ਦਿੱਤੇ ਜੀ। ਸਭ ਸੰਕਟ ਮੁਸ਼ਕਲਾਂ ਜਿਹੜੀਆਂ ਹੈ ਉਹਦੇ ਜੀਵਨ ਦੀਆਂ ਦੂਰ ਕਰ ਦਿੱਤੀਆਂ। ਆਪਣੇ ਅੰਗ ਸੰਗ ਤੇ ਲਾਏ, ਤੇ ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ। ਸੰਗਤ ਜੀ ਫਿਰ ਮਹਾਰਾਜ ਨੇ ਪਤਾ ਕੀ ਕੀਤਾ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਬੱਚੇ ਨੂੰ ਆਪਣੇ ਅੰਗ ਨਾਲ, ਭਾਵ ਆਪਣੇ ਸਰੀਰ ਨਾਲ ਲਾਇਆ, ਆਪਣੇ ਗਲੇ ਨਾਲ ਲਾ ਲਿਆ ਉਸ ਬੱਚੇ ਨੂੰ ਜੀ। ਬੱਚਾ ਵੈਸੇ ਛੋਟਾ ਹੋਵੇ, ਚੰਗੀਆਂ ਗੱਲਾਂ ਕਰੇ, ਚੰਗਾ ਲੱਗਦਾ ਹੈ, ਤੇ ਉਹ ਬੱਚਾ ਤੇ ਭਾਗਾਂ ਵਾਲਾ ਸੀਗਾ ਜੀ। ਹਾਂਜੀ, ਨਾਉ ਨਿਤ ਦਈ ਸਤਨ ਮਹਿ ਪਾਏ। ਘਰ ਵਿੱਚ ਗਰੀਬੀ ਬਹੁਤ ਸੀ। ਪਹਿਲਾਂ ਤੁਸੀਂ ਕਥਾ ਸੁਣੀ ਨਾ, ਇਹੋ ਬੱਚਾ ਹੀ ਸੜ ਗਿਆ ਸੀ, ਮਰ ਗਿਆ ਸੀ, ਗੁਰੂ ਸਾਹਿਬ ਦੀ ਕਿਰਪਾ ਨਾਲ ਜਿਉਂਦਾ ਹੋਇਆ। ਹੁਣ ਬਾਜ਼ਾਰ 'ਚ ਵੇਚਣ ਚੱਲੇ ਤੇ ਮਹਾਰਾਜ ਨੇ ਫਿਰ ਗਲੇ ਨਾਲ ਲਾ ਲਿਆ, ਤੇ ਗੁਰੂ ਨਾਨਕ ਸਾਹਿਬ ਨੇ 9 ਨਿਧੀਆਂ ਉਹਨਾਂ ਦੇ ਘਰ ਵਿੱਚ ਦੇ ਦਿੱਤੀਆਂ ਸੱਚੇ ਪਾਤਸ਼ਾਹ ਨੇ। ਗਰੀਬੀ ਸਭ ਮੁਕਾ ਦਿੱਤੇ, ਗਰੀਬੀ ਦੂਰ ਕਰ ਦਿੱਤੇ। 9 ਨਿਧੀਆਂ ਉਹਨਾਂ ਦੇ ਘਰ ਵਿੱਚ ਸੱਚੇ ਪਾਤਸ਼ਾਹ ਨੇ ਬਖਸ਼ ਦਿੱਤੀਆਂ। ਚਤਰ ਪਦਾਰਥ ਛਿਨ ਮੈਂ ਦੀਨੇ। 4 ਪਦਾਰਥ ਝੱਟ ਮਹਾਰਾਜ ਨੇ ਦਿੱਤੇ ਜੀ। 4 ਪਦਾਰਥ ਕਿਹੜੇ? ਧਰਮ, ਅਰਥ, ਕਾਮ ਤੇ ਮੋਖ। 4 ਪਦਾਰਥ ਸੱਚੇ ਪਾਤਸ਼ਾਹ ਜੀ ਨੇ ਉਸ ਬੱਚੇ ਨੂੰ ਤੁਰੰਤ ਦਿੱਤੇ ਜੀ। ਫਿਰ ਭਾਵ ਉਸ ਸਿੱਖ ਨੂੰ ਵੀ ਦਿੱਤੇ, ਉਹਦੀ ਮਾਤਾ ਨੂੰ ਵੀ ਦਿੱਤੇ। ਜੀਵਨ ਮੁਕਤ ਸੋ ਤੀਨੋਂ ਕੀਨੇ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਿੰਨਾਂ ਨੂੰ ਹੀ ਜੀਵਨ ਮੁਕਤ ਕਰ ਦਿੱਤਾ ਜੀ। ਸਿੱਖ ਦੀ ਵੀ ਛੋਟੀ ਘਾਲ ਨਹੀਂ ਸੀ ਹੈਗੀ। ਬੱਚਾ ਹੀ ਵੇਚਣ ਤੁਰ ਪਿਆ ਵੀ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ। ਤੇ ਬੇਬੇ ਵੀ ਤੇ ਮਾਂ ਹੈ ਨਾ, ਇਹਨੇ ਵੀ ਤੇ ਬੱਚਾ ਤੋਰਨਾ। ਤੇ ਪਹਿਲਾਂ ਆਪਣਾ ਬੱਚਾ ਸੜ ਗਿਆ, ਮਰ ਗਿਆ, ਦੱਸਿਆ ਨਹੀਂ ਇਹਨੇ। ਸੋ ਗੁਰੂ ਨਾਨਕ ਸਾਹਿਬ ਨੇ ਤਿੰਨਾਂ ਨੂੰ ਹੀ ਜੀਵਨ ਮੁਕਤ ਕਰ ਦਿੱਤਾ। ਇਸ ਪ੍ਰਕਾਰ ਕਰ ਤਿਨਹਿ ਨਿਹਾਲਾ। ਇਸ ਤਰੀਕੇ ਨਾਲ ਮੇਰੇ ਮਾਲਕ ਸੱਚੇ ਪਾਤਸ਼ਾਹ ਗੁਰਦੇਵ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਤਿੰਨਾਂ ਨੂੰ ਨਿਹਾਲ ਕੀਤਾ। ਬਾਹਰੋਂ ਗਮਨੇ ਪ੍ਰਭੂ ਕਿਰਪਾਲਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਗਏ ਹੈ ਔਰ ਮਹਾਰਾਜ ਕੀ ਕਰ ਰਹੇ ਆ? ਜਾ ਕੇ ਮਹਾਰਾਜ ਸਿੱਖੀ ਪਰਖ ਰਹੇ ਆ ਸਿੱਖਾਂ ਦੀ, ਵੀ ਸਿੱਖ ਜਿਹੜੇ ਆ ਸਿੱਖੀ ਵਿੱਚ ਕਿੰਨੇ ਕੁ ਸਾਬਤ ਹੈਗੇ ਆ। ਸਿੱਖੀ ਨਿਭਾਉਣ ਵਾਸਤੇ ਇਹ ਸਿੱਖ ਕੀ ਕੀ ਕਰ ਸਕਦੇ ਆ। ਹਾਂਜੀ, ਅਪਰ ਗ੍ਰਾਮ ਮੈਂ ਬੈਠੇ ਜਾਈ। ਹਾਂਜੀ। ਉਤੋਂ ਸਿੱਖ ਇੱਕ ਤਹਾਂ ਵਸਾਈ। ਅਗਲੇ ਪਿੰਡ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਆ। ਉੱਥੇ ਜਾ ਕੇ ਸੱਚੇ ਪਾਤਸ਼ਾਹ ਬੈਠੇ ਆ। ਉੱਥੇ ਸੰਗਤ ਜੀ ਇੱਕ ਸਿੱਖ ਰਹਿੰਦਾ ਸੀਗਾ ਅਗਲੇ ਪਿੰਡ ਵਿੱਚ, ਕਿਸੇ ਹੋਰ ਪਿੰਡ ਵਿੱਚ ਜਿੱਥੇ ਮਹਾਰਾਜ ਗਏ ਆ। ਹਾਂਜੀ, ਜਾਏ ਸੋ ਸੰਤ ਤਾਹੇ ਘਰ ਕੋਈ। ਉਹ ਸਿੱਖ ਜਿਹੜਾ ਸੀਗਾ ਉਹ ਸੰਤਾਂ ਮਹਾਂਪੁਰਖਾਂ ਦੀ ਬੜੀ ਸੇਵਾ ਕਰਦਾ ਸੀ। ਜਿਹੜਾ ਵੀ ਸੰਤ ਮਹਾਂਪੁਰਖ ਉਹਦੇ ਘਰ ਜਾਂਦਾ, ਹਾਂਜੀ, ਹਿਤ ਧਰ ਸੇਵਾ ਕਰ ਹੈ ਸੋਈ। ਉਹਦੀ ਸੇਵਾ ਬੜੇ ਪਿਆਰ ਨਾਲ ਕਰਦਾ, ਪ੍ਰਸ਼ਾਦਾ ਪਾਣੀ ਪਿਆਰ ਨਾਲ ਛਕਾਉਂਦਾ। ਹਾਂਜੀ, ਪੁੰਨ ਸੋ ਕਰ ਹੈ ਪ੍ਰਸ਼ਨ ਬਨਾਈ। ਸੇਵਾ ਕਰਕੇ ਨਾ ਪ੍ਰਸ਼ਾਦਾ ਪਾਣੀ ਛਕਾ ਕੇ ਫਿਰ ਉਹਨੇ ਆਏ ਮਹਾਂਪੁਰਖ ਨੂੰ ਇੱਕ ਸਵਾਲ ਪੁੱਛਣਾ ਜੀ। ਹਾਂਜੀ, ਸਾਧ ਮਿਲੇ ਪ੍ਰਭ ਦੇਹੋ ਬਤਾਈ। ਕਿ ਸਾਧ ਮਿਲੇ ਫਲ ਦੇਹੋ ਬਤਾਈ। ਕਹਿੰਦਾ ਜੀ ਇਹ ਕਿਰਪਾ ਕਰੋ, ਮੈਨੂੰ ਇੱਕ ਗੱਲ ਦੱਸੋ ਵੀ ਸਾਧੂ ਮਿਲੇ ਤੇ ਸਾਧੂ ਨੂੰ ਮਿਲਣ ਦਾ ਕੀ ਫਲ ਹੈ? ਗੱਜ ਕੇ ਆਖੋ ਸਤਨਾਮ। ਤੇ ਸੰਗਤ ਜੀ ਅੱਜ ਕੱਲ੍ਹ ਤੇ ਸਾਰਾ ਕੰਮ ਹੀ ਖਰਾਬ ਹੋਇਆ ਪਿਆ। ਪਰ ਇਹੋ ਜੀ ਗੱਲ ਨਹੀਂ ਹੈਗੀ ਵੀ ਸਾਧੂ ਹੈਗੇ ਨਹੀਂ ਹੈ। ਸਾਧੂ ਹੈਗੇ ਆ, ਪਰ ਹੈ ਗੁਪਤ। ਤੇ ਜੇ ਬੰਦੇ ਨੂੰ ਸਾਧੂ ਮਿਲ ਪਵੇ, ਸਾਧੂ ਨੂੰ ਮਿਲਣ ਦਾ ਕੀ ਫਲ ਹੈ? ਇਹ ਸਵਾਲ ਪੁੱਛਦਾ ਹੁੰਦਾ ਸੀ। ਹਾਂਜੀ, ਤਿਸ ਕੀ ਮਨਸ਼ਾ ਪੂਰਨ ਕਾਜਾ। ਕਮਨੇ ਸਦਨ ਗਰੀਬ ਨਿਵਾਜਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਤਾ ਵੀ ਬੜੇ ਚਿਰ ਦਾ ਉਹ ਆਏ ਸੰਤਾਂ ਨੂੰ ਸਵਾਲ ਪੁੱਛਦਾ ਵੀ ਸਾਧੂ ਨੂੰ ਮਿਲਣ ਦਾ ਕੀ ਫਲ ਹੈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੁਣ ਫੁਰਨਾ ਬਣਾਇਆ ਵੀ ਹੁਣ ਇਹਨੂੰ ਨਿਹਾਲ ਕਰ ਹੀ ਆਈਏ, ਬੜੀ ਸੇਵਾ ਕਰਦਾ। ਉਹਦੀ ਮਨਸ਼ਾ ਪੂਰੀ ਕਰਨ ਵਾਸਤੇ ਮਹਾਰਾਜ ਉਚੇਚਾ ਉਹਦੇ ਘਰ ਵਿੱਚ ਆਏ ਸੱਚੇ ਪਾਤਸ਼ਾਹ। ਹਾਂਜੀ, ਸਾਦਰ ਬੰਦੇ ਪਰ ਅਰਦਿੰਦਾ ਬੈਠਾਰੇ ਕਰ
ਤਨ ਹਿਰਦੇ ਆਨੰਦਾ। ਮਹਾਰਾਜ ਗਰੀਬ ਨਵਾਜ ਜੀ ਨੂੰ ਉਹਨੇ ਮੱਥਾ ਟੇਕਿਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਿਠਾਇਆ ਬੜੇ ਪਿਆਰ ਨਾਲ। ਹਾਂਜੀ, ਅਧਿਕ ਭਾਉ ਸੋ ਸੇਵਾ ਕੀਨੀ। ਬੜੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ, ਭਾਈ ਬਾਲਾ ਜੀ ਨੂੰ ਵੀ ਪ੍ਰਸ਼ਾਦਾ ਛਕਾਇਆ। ਹਾਂਜੀ, ਪ੍ਰੇਮ ਭਗਤ ਮਹਿ ਮਤ ਜਿਹ ਚੀਨੀ। ਤੇ ਹੈ ਬੜੇ ਪਿਆਰ ਵਾਲਾ ਸੀ ਉਹ ਜੀ। ਉਹਦਾ ਮਨ ਜਿਹੜਾ ਸੀ ਨਾ, ਉਹ ਬੜੇ ਪਿਆਰ ਵਿੱਚ ਭਿੱਜਾ ਰਹਿੰਦਾ ਸੀਗਾ, ਬੜੀ ਮਿਹਰ ਵਾਲਾ ਸੀਗਾ ਉਹ ਸਿੱਖ। ਹਾਂਜੀ, ਮਨ ਬੁਝਣ ਲਾਗੇ ਉਹ ਦਿਸ ਭਾਏ। ਫਿਰ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪੁੱਛਣ ਲੱਗਾ, ਸਾਧ ਮਿਲੇ ਫਲ ਦੇਹੋ ਬਤਾਏ। ਕਹਿੰਦਾ ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਮੈਨੂੰ ਦੱਸੋ ਕਿ ਸਾਧੂ ਨੂੰ ਮਿਲਣ ਦਾ ਕੀ ਫਲ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਅੱਜ ਕੱਲ੍ਹ ਬੰਦਾ ਹਰ ਚੀਜ਼ ਦਾ ਲਾਭ ਵੇਖਦਾ, ਪ੍ਰੋਫਿਟ ਵੇਖਦਾ ਵੀ ਕਿਸ ਕੰਮ 'ਚ ਮੈਨੂੰ ਪ੍ਰੋਫਿਟ ਹੁੰਦਾ। ਜਿਹੜੇ ਕੰਮ 'ਚ ਪ੍ਰੋਫਿਟ ਹੋਵੇ ਬੰਦਾ ਉਸੇ ਕੰਮ ਵਿੱਚ ਹੀ ਜਾਂਦਾ। ਫਿਰ ਇਹਨੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਸਾਧੂ ਨੂੰ ਮਿਲਣ ਦਾ ਕੀ ਪ੍ਰੋਫਿਟ ਹੈ, ਕੀ ਲਾਭ ਹੈ। ਹਾਂਜੀ, ਬਹੁਤਨ ਸੰਗ ਪ੍ਰਸ਼ਨ ਮੈਂ ਕੀਨੋ। ਮਹਾਰਾਜ ਮੈਨੂੰ ਦੱਸੋ। ਮੈਂ ਬੜਿਆਂ ਨੂੰ ਪ੍ਰਸ਼ਨ ਕੀਤਾ ਸੱਚੇ ਪਾਤਸ਼ਾਹ। ਹਾਂਜੀ, ਮੋਕੋ ਕਿਨਹੁ ਨਾ ਉੱਤਰ ਦੀਨੋ। ਪਰ ਮੈਨੂੰ ਅੱਜ ਤੱਕ ਕਿਸੇ ਨੇ ਉੱਤਰ ਨਹੀਂ ਦਿੱਤਾ ਤਸੱਲੀ ਵਾਲਾ, ਮੇਰੀ ਤਸੱਲੀ ਨਹੀਂ ਹੋਈ ਮਹਾਰਾਜ। ਹਾਂਜੀ, ਦੋਹਰਾ ਕਹੈ ਬਨਾਏ ਅਨੇਕ ਵਿਦ ਮੇਰੀ ਨਿਸ਼ਾ ਨਾ ਹੋਏ। ਆਏ ਗੁਰਮੁਖਾਂ ਸਾਧੂਆਂ ਨੇ ਮੈਨੂੰ ਬੜੇ ਤਰੀਕਿਆਂ ਨਾਲ ਦੱਸਿਆ, ਬੜੀਆਂ ਬੜੀਆਂ ਸ਼ਲੋਕ ਪੜ੍ਹ ਦੱਸੇ ਹੈ, ਪਰ ਮੇਰੀ ਤਸੱਲੀ ਨਹੀਂ ਹੋਈ। ਹਾਂਜੀ, ਪੂਰਨ ਸਤਿਗੁਰ ਆਪ ਹੋ ਉੱਤਰ ਦੀਜੈ ਸੋਈ। ਤੇ ਮਹਾਰਾਜ ਆਪ ਜੀ ਪੂਰਨ ਸੱਚੇ ਪਾਤਸ਼ਾਹ, ਤੁਸੀਂ ਸਮਰੱਥ ਹੋ ਤੇ ਮਹਾਰਾਜ ਆਪ ਕਿਰਪਾ ਕਰੋ, ਮੇਰੀ ਤਸੱਲੀ ਹੋ ਜਾਵੇ ਤੇ ਮੈਨੂੰ ਮਹਾਰਾਜ ਉੱਤਰ ਦਿਓ। ਸਾਧੂ ਨੂੰ ਮਿਲਣ ਦਾ ਕੀ ਫਲ ਹੈ, ਕਿਸੇ ਗੁਰਮੁਖ ਨੂੰ ਮਿਲਣ ਦਾ ਕੀ ਫਲ ਹੈ। ਸੋ ਹੁਣ ਮਹਾਰਾਜ ਇਹਨੂੰ ਉੱਤਰ ਦੇਣਗੇ, ਉਹ ਉੱਤਰ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਜਿਵੇਂ ਮਹਾਰਾਜ ਇਹਨੂੰ ਉੱਤਰ ਦਿੰਦੇ ਆ। ਫਲ ਤਾਂ ਸਾਧ ਸੰਗਤ ਜੀ ਹਰ ਇੱਕ ਚੀਜ਼ ਦਾ, ਧਾਰਮਿਕ ਕੰਮ ਦਾ ਹੁੰਦਾ। ਕੋਈ ਵੀ ਕੰਮ ਜਿਹੜਾ ਧਾਰਮਿਕ ਹੈ ਉਹਦਾ ਫਲ ਤੇ ਹੁੰਦਾ ਹੀ ਹੈ। ਪਰ ਇਹ ਹੈ ਵੀ ਚੰਗੇ ਬੰਦੇ, ਜਿਗਿਆਸਾ ਵਾਲੇ ਜਿਹੜੇ ਆ, ਉਹ ਫਲਾਂ ਦਾ ਵੀ ਧਿਆਨ ਨਹੀਂ ਰੱਖਦੇ, ਉਹ ਕੇਵਲ ਨਾਮ ਹੀ ਜਪਦੇ ਆ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਸਮਾਂ ਜਿਹੜਾ ਉਹ ਅੱਜ ਕੱਲ੍ਹ ਬੜਾ ਭਿਆਨਕ ਹੀ ਚੱਲ ਰਿਹਾ, ਪਰ ਕੋਈ ਨਹੀਂ, ਜਿਵੇਂ ਮਹਾਰਾਜ ਦਾ ਹੁਕਮ ਹੈ, ਗੁਰੂ ਜੀ ਦੀ ਮਰਜ਼ਾਦਾ ਧਾਰਨ ਕਰੀਏ ਤੇ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਨਾਮ ਜਪਿਆ ਕਰੀਏ, ਆਪੇ ਦੁੱਖ ਰੋਗ ਸਾਰੇ ਆ ਜਿਹੜੇ ਆ ਉਹ ਦੂਰ ਹੋ ਜਾਣਗੇ। ਆਓ 2 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਖਿਮਾ ਮੰਗਾਂਗਾ। ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ 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 ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ। ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।